ਗੁਰੂ ਨਾਨਕ ਪਤ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜੁਨ ਵਿਗਨ ਕੇ ਸ਼੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ। ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਮ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਤਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਪ੍ਰਸਾਦ ਸਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸ਼੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰਨਾਥ। ਯੁਗਲ ਚਰਨ ਮਮ ਬੰਦਨਾ ਧਾਰ ਪਰ ਧਾਰ ਕਰ ਮਾਥ। ਜਜਨ ਭਜਨ ਮਮ ਖਾਲਸਾ ਖਾਲਸਾ ਪੂਜਬੇ ਜੋਗ। ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੈ ਸੋਗ। ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ। ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਨ ਭੇਵ। ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਹਾਰੀ। ਆਪ ਲਿਓ ਤੁਮ ਕਥਾ ਸੁਧਾਰੀ। ਜੀ ਹਮ ਨ ਸਕਤ ਕਰ ਸਿਫਤ ਤੁਮਹਾਰੀ। ਆਪ ਲਿਓ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸਾਰੰਗ ਮਹੱਲਾ ਨਾਵਾਂ। ਹਰ ਬਿਨ ਤੇਰੋ ਕੋ ਨ ਸਹਾਈ। ਕਾਂਕੀ ਮਾਤ ਪਿਤਾ ਸੁਤ ਬਰਤਾ ਕੋ ਕਾਹੂ ਕੋ ਭਾਈ। ਰਹਾਉ ਧਨ ਤਰਨੀ ਅਰ ਸੰਪਦ ਸਗਰੀ ਜੋ ਮਾਨਿਓ ਅਪਨਾਈ। ਤਨ ਛੂਟੈ ਕਛ ਸੰਗ ਨ ਚਾਲੈ ਕਹਾਂ ਤਾਹੇ ਲਪਟਾਈ। ਦੀਨ ਦਇਆਲ ਸਦਾ ਦੁਖ ਭੰਜਨ ਤਾਸੋ ਰੁਚ ਨ ਬੜਾਈ। ਨਾਨਕ ਕਹਿਤ ਜਗਤ ਸਭ ਮਿਥਿਆ ਜਿਉ ਸੁਪਨਾ ਰਹਿ ਨਾਈ। ਦੀਨ ਦਇਆਲ ਸਦਾ ਦੁਖ ਭੰਜਨ ਤਾਸਿਓ ਰੁਚ ਨ ਬੜਾਈ। ਨਾਨਕ ਕਹਿਤ ਜਗਤ ਸਭ ਮਿਥਿਆ ਜਿਉ ਸੁਪਨਾ ਰਹਿ ਨਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗਰੀਬ ਨਿਵਾਜ ਅੰਤਰਯਾਮੀ ਸਤਿਗੁਰੂ ਸੱਚੇ ਪਾਤਸ਼ਾਹ। ਮੁਲਕ ਦੇ ਰਾਖੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਧੰਨ ਧੰਨ ਕਲਯੁਗ ਦੇ ਅਵਤਾਰ ਬਾਣੀ ਦੇ ਬੋਲਤੇ ਪੰਜਵੇਂ ਵੇਦ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। जिनके पाप वटे हैं पाई तिन साधु संग मुख जुरे।
ਜਿਨ੍ਹਾਂ ਦੇ ਵੱਡੇ ਭਾਗ ਨੇ, ਉਹਨਾਂ ਨੂੰ ਗੁਰਦੇਵ ਨੇ ਸ਼ਾਮਾਂ ਦੇ ਦੀਵਾਨਾਂ ਦੇ ਅੰਦਰ ਆਪਣੀ ਪਾਵਨ ਪਵਿੱਤਰ ਗੁਰਬਾਣੀ ਅਤੇ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਾਉਣ ਦੇ ਲਈ ਗੁਰਦੇਵ ਮਹਾਰਾਜ ਨੇ ਆਪ ਕਿਰਪਾ ਕਰਕੇ ਸਜਾਇਆ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ ਅਤੇ ਵਿਰਾਗਮਈ ਗੁਰਬਾਣੀ, ਗਿਆਨਮਈ ਗੁਰਬਾਣੀ ਦੀ ਕਥਾ ਦਾ ਪ੍ਰਵਾਹ ਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਤਕਰੀਬਨ 1 ਨਵੰਬਰ ਤੋਂ ਰੋਜ਼ ਚੱਲ ਰਿਹਾ ਹੈ। ਗੁਰਦੁਆਰਾ ਪ੍ਰੀਤਨਗਰ ਸਾਹਿਬ ਵਿਖੇ ਗੁਰਦੇਵ ਮਹਾਰਾਜ ਦੀ ਪਾਵਨ ਪਵਿੱਤਰ ਇਸ ਕਥਾ ਦਾ ਜੋ ਭੋਗ ਹੈ ਉਹ 19 ਦਸੰਬਰ ਨੂੰ ਸਥਾਨ ਵਿਖੇ ਸਵੇਰੇ 10 ਤੋਂ 11 ਦਰਬਾਰ ਸਾਹਿਬ ਦੇ ਰਾਗੀ ਨੇ ਕੀਰਤਨ ਕਰਨੇ ਨੇ। ਉਪਰੰਤ ਪੰਥ ਦੇ ਮਹਾਨ ਪ੍ਰਸਿੱਧ ਕਥਾਵਾਚਕ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਾਖਵੇਂ ਵਾਲੇ ਮਹਾਂਪੁਰਸ਼ਾਂ ਨੇ ਕਥਾ ਦਾ ਭੋਗ ਪਾਉਣਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਪਹਿਲਾਂ ਵਾਚਿਆ ਜਾਂਦਾ ਹੈ, ਫਿਰ ਗੁਰਦੇਵ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦੇ ਅਰਥ ਹੁੰਦੇ ਨੇ। ਜਿੰਨੀ ਕੁ ਗੁਰਦੇਵ ਮਹਾਰਾਜ ਨੇ ਸੁਮਤ ਬਖਸ਼ੀ ਹੈ, ਗੁਰਦੇਵ ਦੀ ਸੁਮਤ ਬਖਸ਼ੀ ਅਨੁਸਾਰ ਹੀ ਗੁਰਬਾਣੀ ਦੇ ਅਰਥ ਵਿਚਾਰੀਦੇ ਨੇ। ਗੁਰਦੇਵ ਮਹਾਰਾਜ ਕਿਰਪਾ ਕਰਨ ਅੱਗੇ ਵੀ ਅਸੀਂ ਪ੍ਰਵਾਹ ਨੂੰ ਚਲਾਉਣ ਤਾਂ ਕਿ ਜਿਸ ਤਰ੍ਹਾਂ ਪਾਠ ਆਰੰਭ ਤੋਂ ਮੱਧ ਤੇ ਮੱਧ ਤੋਂ ਲੈ ਕੇ ਅੰਤ ਆਪ ਹੀ ਸੰਪੂਰਨ ਕਰਾ ਲੈਣ। ਆਪ ਸਮੂਹ ਸੰਗਤ ਨੇ ਕੱਲ ਸਰਵਣ ਕੀਤਾ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਝਾਂਸੀ ਅਤੇ ਜੀਂਦ ਦੇ ਇਲਾਕਿਆਂ ਦੇ ਅੰਦਰ ਵਿਚਰ ਰਹੇ ਨੇ, ਉੱਥੇ ਗੁਰਦੇਵ ਨੇ ਚੋਰਾਂ ਦਾ ਜੋ ਮਨ ਦੇ ਅੰਦਰ ਬਿਰਤੀ ਪੈ ਗਈ ਸੀ ਕਿ ਅਸੀਂ ਗੁਰਦੇਵ ਦੇ ਘੋੜੇ ਚੋਰੀ ਕਰ ਲਈਏ, ਗੁਰਦੇਵ ਮਹਾਰਾਜ ਨੇ ਉਹਨਾਂ ਦਾ ਮਨ ਮੋੜ ਕੇ ਉਹਨਾਂ ਦੇ ਨਗਰ ਦੇ ਅੰਦਰ ਮਿੱਠੇ ਖੂਹ ਵੀ ਲਾਏ ਸੀਗੇ। ਉਪਰੰਤ ਗੁਰਦੇਵ ਆਗਰੇ ਵਿਖੇ ਪਹੁੰਚੇ, ਜਿੱਥੇ ਮਹਾਰਾਜ ਨੇ ਇੱਕ ਇਆਲੀ ਜਿਸ ਦੀ ਲੜਕੀ ਦਾ ਵਿਆਹ ਸੀਗਾ, ਉਸ ਦਾ ਦਰਿਦਰ ਦੂਰ ਕਰਨ ਦੇ ਲਈ ਮਹਾਰਾਜ ਨੇ ਉਸ ਨੂੰ ਕੁਝ ਕੁ ਧਨ ਅਤੇ ਆਪਣਾ ਦੁਸ਼ਾਲਾ ਤੇ ਇੱਕ ਹੀਰੇ ਦੀ ਅੰਗੂਠੀ ਦੇ ਕੇ ਹਲਵਾਈ ਦੇ ਕੋਲ ਭੇਜਿਆ ਵੀ ਸਾਡੇ ਲਈ ਮਠਿਆਈ ਲੈ ਕੇ ਆਓ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਦੋਂ ਉਸ ਇਆਲੀ ਨੂੰ ਭੇਜਿਆ ਤੇ ਪਿੱਛੋਂ ਬਚਨ ਕਹੇ ਵੀ ਅਸੀਂ ਤੁਹਾਡੀ ਬੱਕਰੀਆਂ ਦੀ ਰਾਖੀ ਕਰਾਂਗੇ, ਤੁਸੀਂ ਜਾਇਓ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ 5 ਸਿੰਘ ਭਾਈ ਮਤੀ ਦਾਸ, ਗੁਰਦੇਵ ਦੇ ਪਿਆਰੇ ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਬੁੱਢਾ ਤੇ ਭਾਈ ਗੁਰਦਿੱਤਾ, ਬਾਬੇ ਬੁੱਢੇ ਦੀ 6ਵੀਂ ਅੰਸ਼ ਪੰਚ ਵੀ ਉਸੀ ਗੁਰੂ ਕਾ ਤਾਲ ਜਿੱਥੇ ਆਗਰੇ ਵਿਖੇ ਬਾਗ ਸੀ, ਉਸ ਬਾਗ ਦੇ ਅੰਦਰ ਸੁਸ਼ੋਭਿਤ ਨੇ ਤੇ ਉਹ ਮਠਿਆਈ ਲੈਣ ਜਾਂਦਾ ਹੈ ਇਆਲੀ। ਤੇ ਜਦੋਂ ਮਠਿਆਈ ਲੈਣ ਜਾਂਦਾ ਹੈ, ਇੱਕ ਬੜੀ ਵਿਚਿੱਤਰ ਗੱਲ ਉਹ ਹਲਵਾਈ ਦੇਖਦਾ ਹੈ ਕਿ ਇਸ ਨੇ ਮੈਨੂੰ ਕੁਝ ਕੁ ਪੈਸਿਆਂ ਦੀ ਮਠਿਆਈ ਦੇ ਲਈ ਇੰਨਾ ਕੀਮਤੀ ਹੀਰੇ ਦੀ ਅੰਗੂਠੀ ਤੇ ਉਸ ਮਠਿਆਈ ਨੂੰ ਪਾਉਣ ਦੇ ਲਈ ਇੰਨਾ ਕੀਮਤੀ ਦੁਸ਼ਾਲਾ ਦੇ ਦਿੱਤਾ ਹੈ, ਯਕੀਨਨ ਹੈ ਕੋਈ ਚੋਰ ਹੈ। ਉਹ ਜਾ ਕੇ ਕੋਤਵਾਲ ਨੂੰ ਦੱਸਦਾ ਹੈ ਤੇ ਕੋਤਵਾਲ ਆਪਣਾ ਅੱਜ ਭਾਲ ਕਰੇਗਾ। ਆਓ ਉਹ ਇਤਿਹਾਸ ਸਰਵਣ ਕਰਨ ਦੇ ਲਈ ਮਨ ਚਿਤ ਬਿਰਤੀਆਂ ਇਕਾਗਰ ਕਰੀਏ, ਰਸਨਾ ਦੀ ਪਵਿੱਤਰਤਾ ਦੇ ਲਈ ਆਖਣਾ ਕਰੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਸ ਇਆਲੀ ਨੂੰ ਜਦੋਂ ਹੀਰੇ ਦੀ ਅੰਗੂਠੀ ਤੇ ਦੁਸ਼ਾਲਾ ਦੇ ਕੇ ਘੱਲਦੇ ਨੇ ਨਗਰ ਦੇ ਅੰਦਰ, ਤਦੋਂ ਗੁਰਦੇਵ ਮਹਾਰਾਜ ਜੀ ਦਾ ਫੁਰਨਾ ਆਇਆ ਸੀ ਬਈ ਇਆਲੀ ਜੋ ਹੈ ਉਹ ਇਸ ਹੀਰੇ ਦੀ ਅੰਗੂਠੀ ਨੂੰ ਤੇ ਜਦੋਂ ਦੁਸ਼ਾਲੇ ਨੂੰ ਜਾ ਕੇ ਹਲਵਾਈ ਦੀ ਦੁਕਾਨ ਤੇ ਦਿਖਾਵੇਗਾ ਤੇ ਇਹ ਸਾਡੀ ਗ੍ਰਿਫਤਾਰੀ ਕਰਵਾਵੇਗਾ। ਉਹ ਗ੍ਰਿਫਤਾਰੀ ਹੋਣ ਕਰਕੇ ਇਸ ਇਆਲੀ ਨੂੰ ਇਨਾਮ ਮਿਲੇਗਾ ਤੇ ਇਸ ਦਾ ਦਰਿਦਰ ਦੂਰ ਹੋ ਜਾਵੇਗਾ, ਲੜਕੀ ਦਾ ਵਿਆਹ ਕਰ ਲਵੇਗਾ। ਐਸੀ ਪ੍ਰਕਾਰ ਹੁੰਦਾ ਹੈ ਕਿ ਜਿਸ ਤਰ੍ਹਾਂ ਹੀ ਉਹ ਇਆਲੀ ਜੋ ਕਿ ਬੱਕਰੀਆਂ ਨੂੰ ਚਾਰਦਾ ਹੈ, ਆਜੜੀ ਹਲਵਾਈ ਦੇ ਕੋਲ ਪਹੁੰਚਦਾ ਹੈ ਤੇ ਹਲਵਾਈ ਨੂੰ ਹੀਰੇ ਦੀ ਅੰਗੂਠੀ ਦੇ ਕੇ ਤੇ ਦਿਸ਼ਾਲੇ ਦੇ ਅੰਦਰ ਮਠਾਈ ਪਵਾਉਣ ਹੀ ਲੱਗਦਾ ਹੈ।
ਤੇ ਉਹ ਹਲਵਾਈ ਜਾ ਕੇ ਕੋਤਵਾਲ ਨੂੰ ਸਾਰੀ ਗੱਲ ਦੱਸਦਾ। ਕੋਤਵਾਲ ਆ ਕੇ ਉਸ ਆਜੜੀ ਨੂੰ ਬਾਂਹ ਤੋਂ ਫੜ ਲੈਂਦਾ ਹੈ ਵੀ ਤੂੰ ਇੱਕ ਗਰੀਬ ਆਜੜੀ ਤੇ ਇੰਨੀ ਮਹਿੰਗੀ ਹੀਰੇ ਦੀ ਅੰਗੂਠੀ ਤੈਨੂੰ ਕਿਸਨੇ ਦਿੱਤੀ? ਜਦੋਂ ਇਸ ਗੱਲ ਦੀ ਪਤਾ ਲੱਗਦਾ ਹੈ ਤੇ ਉਹ ਆਜੜੀ ਡਰ ਜਾਂਦਾ ਹੈ ਤੇ ਡਰ ਕੇ ਕਹਿੰਦਾ ਹੈ ਵੀ ਮੈਂ ਤੁਹਾਨੂੰ ਹੀਰੇ ਦੀ ਅੰਗੂਠੀ ਤੇ ਦਸ਼ਾਲਾ ਕਿਸੇ ਦਾ ਚੋਰੀ ਕਰਕੇ ਨਹੀਂ ਦੇ ਰਿਹਾ। ਇਹ ਬਾਗ ਦੇ ਅੰਦਰ 6 ਮਹਾਂਪੁਰਸ਼ ਉਤਰੇ ਨੇ, ਉਹਨਾਂ ਚੋਂ ਇੱਕ ਮਹਾਂਪੁਰਖਾਂ ਨੇ ਮੈਨੂੰ ਹੀਰੇ ਦੀ ਅੰਗੂਠੀ ਤੇ ਦਸ਼ਾਲਾ ਦਿੱਤਾ। ਮੈਨੂੰ ਨਹੀਂ ਪਤਾ ਉਹ ਕੌਣ ਨੇ। ਕੋਤਵਾਲ ਜੋ ਹੁੰਦੇ ਨੇ ਉਹਨਾਂ ਦੀ ਜੋ ਬਿਰਤੀ ਹੁੰਦੀ ਹੈ ਉਹ ਸ਼ੱਕ ਕਰਨ ਵਾਲੀ ਹੁੰਦੀ ਹੈ। ਕੋਤਵਾਲ ਨੇ ਆਪਣੇ ਨਾਲ 2-4 ਹੋਰ ਫੌਜੀ ਲਏ ਤੇ ਨਾਲ ਉਸ ਆਜੜੀ ਨੂੰ ਬਾਂਹ ਤੋਂ ਫੜਵਾ ਲਿਆ ਤੇ ਨਾਲ ਉਸ ਹਲਵਾਈ ਦੇ ਨਾਲ ਜਿੱਥੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ 5 ਸਿੰਘ ਤਿਆਰ ਬਰ ਤਿਆਰ ਬੈਠੇ ਸੀ, ਉਸੀ ਬਾਗ ਦੇ ਅੰਦਰ ਪਹੁੰਚਦੇ ਨੇ। ਉਸਦੇ ਮਨ ਦੇ ਅੰਦਰ ਇਹ ਗੱਲ ਹੈ ਵੀ ਕੋਤਵਾਲ ਦੇ ਵੀ ਕੋਈ ਵਪਾਰੀ ਬਹੁਤ ਅਮੀਰ ਆਇਆ ਲੱਗਦਾ ਹੈ। ਉਸਦੇ ਖਾਬੋ ਖਿਆਲ ਦੇ ਅੰਦਰ ਨਹੀਂ ਹੈ ਜਿਸ ਸਤਿਗੁਰਾਂ ਦੀ ਭਾਲ ਪੂਰੇ ਨਗਰ ਵਿੱਚ ਹੋ ਰਹੀ ਹੈ, ਜਿਸ ਨਾਲ ਦੀ ਭਾਲ ਪੂਰੇ ਮੁਲਕ ਵਿੱਚ ਹੋ ਰਹੀ ਹੈ ਵੀ ਉਹ ਸੱਚੇ ਪਾਤਸ਼ਾਹ ਮੇਰੇ ਕੋਲ ਦਰਬਾਰ 'ਚ ਮੇਰੇ ਕੋਲ ਉਪਵਨ ਦੇ ਅੰਦਰ ਉਤਰੇ ਹੋਏ ਨੇ, ਬਾਗ 'ਚ ਆਏ ਹੋਏ ਨੇ। ਇਹ ਬਹੁਤ ਭਲਾ ਕੀਤਾ ਜੋ ਬੱਚਿਆਂ ਨੂੰ ਅੰਦਰ ਬਿਠਾ ਲਿਆ। ਸੋ 9ਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਉਹ ਕੋਤਵਾਲ ਤੇ ਉਹਦੀ ਨਾਲ 2-3 ਫੌਜ ਦੀ ਟੁਕੜੀ ਤੇ ਨਾਲ ਉਹ ਇਆਲੀ ਤੇ ਨਾਲ ਹਲਵਾਈ ਸਾਰੇ ਹੀ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਉਸ ਬਾਗ ਦੇ ਅੰਦਰ ਆ ਜਾਂਦੇ। ਅੱਗੋਂ ਬਾਗ ਦੇ ਅੰਦਰ ਸਭ ਤੋਂ ਅਗਲੇ ਪਾਸੇ ਭਾਈ ਮਤੀ ਦਾਸ ਜੀ ਸਮੇਂ ਸੰਧਿਆ ਦਾ ਸੀ ਰਹਿਰਾਸ ਕਰ ਰਹੇ ਹੁੰਦੇ, ਕਿਉਂਕਿ ਖਾਲਸਾ ਜੀ ਜੋ ਪਹਿਲਾਂ ਰਹਿਰਾਸ ਸਾਹਿਬ ਦਾ ਪਾਠ ਸੀਗਾ ਉਹ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਜੋ ਪਾਠ ਸੀ ਉਹ 4 ਪੌੜੀਆਂ ਦਾ ਹੁੰਦਾ ਸੀ ਤੇ 6ਵੇਂ ਪਾਤਸ਼ਾਹ ਤੋਂ ਬਾਅਦ ਉਸ ਦੇ ਅੰਦਰ ਹੋਰ ਸੋ ਪੁਰਖ ਤੂੰ ਕਰਤਾ ਸਚਿਆਰ ਮਹਿੰਦਾ ਸਾਈਂ ਤਿਤ ਸਰਵਰ ਦਾ ਪਹਿਲੇ ਨਿਵਾਸਾ ਤੇ ਭਈ ਪ੍ਰਾਪਤ ਮਾਨੁਖ ਦੇ ਹੋਈਆ। ਇਹ ਵਾਲੇ 4 ਸ਼ਬਦ ਜਿਹੜੇ ਅਗਲੇ ਸ਼ਬਦ ਨੇ ਸੋ ਪੁਰਖ ਤੋਂ ਬਾਅਦ ਨੇ, ਇਹ 6ਵੇਂ ਪਾਤਸ਼ਾਹ ਮਹਾਰਾਜ ਦੇ ਗੁਟਕੇ ਦੇ ਅੰਦਰ ਸੀਗੇ ਜੋ 6ਵੇਂ ਪਾਤਸ਼ਾਹ ਨਿਤਨੇਮ ਕਰਦੇ ਰਹੇ ਤੇ 9 ਸ਼ਬਦ ਪੂਰੇ ਹੋ ਗਏ ਸੀ। ਤੇ ਬਾਬਾ ਦੀਪ ਸਿੰਘ ਜੀ ਹੋਰਾਂ ਨੇ 10ਵੇਂ ਪਾਤਸ਼ਾਹ ਨੇ ਮਰਿਆਦਾ ਚੁਪਈ ਸਾਹਿਬ ਦਾ ਪਾਠ ਸੰਪੂਰਨ ਤੇ ਉਸ ਤੋਂ ਬਾਅਦ ਜਿਹੜੇ ਹੋਰ ਸ਼ਬਦ ਮੁੰਦਾਵਣੀ ਦਾ ਸ਼ਲੋਕ ਮਹੱਲੇ 5ਵੇਂ ਵਾਲਾ ਤੇ ਉਸ ਤੋਂ ਬਾਅਦ 3 ਸ਼ਬਦ ਉਹ 10ਵੇਂ ਪਾਤਸ਼ਾਹ ਨੇ ਮਰਿਆਦਾ ਚਲਾਈ ਸੀ। ਸੋ ਇਹ ਰਹਿਰਾਸ ਸਾਹਿਬ ਦਾ ਪਾਠ ਜੋ ਭਾਈ ਮਤੀ ਦਾਸ ਜੀ ਕਰ ਰਹੇ ਨੇ ਉਹ 9 ਪੌੜੀਆਂ ਦਾ ਕਰ ਰਹੇ ਆ ਤੇ ਉਹਨਾਂ ਨੇ ਭਾਈ ਮਤੀ ਦਾਸ ਜੀ ਨੂੰ ਬੁਲਾਇਆ ਜਾ ਕੇ ਕੋਤਵਾਲ ਨੇ ਭਾਈ ਮਤੀ ਦਾਸ ਜੀ ਨੂੰ ਉਠਾਇਆ ਪਰ ਉਹ ਬੋਲੇ ਨਹੀਂ, ਕਿਉਂਕਿ ਖਾਲਸਾ ਜੀ ਪਾਠ ਦੀ ਸੰਧਿਆ ਦੀ ਇੱਕ ਮਰਿਆਦਾ ਹੈ। ਜਦੋਂ ਅਸੀਂ ਆਪਣੀ ਸੰਧਿਆ ਵੰਦਨਾ ਕਰ ਰਹੇ ਹਾਂ ਨਾ, ਸੰਧਿਆ ਸਮੇਂ ਪਾਠ ਕਰ ਰਹੇ ਹਾਂ, ਉਸ ਸਮੇਂ ਅਸੀਂ ਕਿਉਂ ਕਰਦੇ ਹਾਂ ਉਹ ਪਾਠ? ਉਹਦਾ ਵੀ ਇੱਕ ਕਾਰਨ ਹੈ। ਜੋ ਅੰਮ੍ਰਿਤ ਵੇਲੇ ਅਸੀਂ ਉੱਠ ਕੇ ਜਪਜੀ ਸਾਹਿਬ ਦਾ ਪਾਠ, ਸ਼੍ਰੀ ਜਾਪ ਸਾਹਿਬ ਦਾ ਪਾਠ, ਸਵਈਏ ਚੌਪਈ ਸਾਹਿਬ ਤੇ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਉਹਦੀ ਕਿਉਂ ਕਰਦੇ ਹਾਂ? ਉਹਦੀ ਇੱਕ ਵਿਧੀ ਹੈ। ਤੇ ਸ਼ਾਮ ਨੂੰ ਰਹਿਰਾਸ ਸਾਹਿਬ ਕਰਦੇ ਹਾਂ, ਰਾਤੀ ਕੀਰਤਨ ਸੁਹੇਲਾ ਪੜ੍ਹਦੇ ਹਾਂ, ਉਹਦਾ ਇੱਕ ਕਾਰਨ ਹੈ। ਕਿਉਂਕਿ ਅਸੀਂ ਜਿਹੜੀ ਹੈ ਇਹਦੀ ਸਾਰੀ ਫਿਲਾਸਫੀ ਹੈ ਕਰਮ ਸਿਧਾਂਤ ਤੇ ਹੈ। ਕਰਮ ਜੋ ਨੇ ਉਹ 4 ਪ੍ਰਕਾਰ ਦੇ ਨੇ। ਉਸ ਦੇ ਅੰਦਰ ਜਿਸ ਦੇ ਨਾਲ ਨਿਤਨੇਮ ਦੀ ਮਰਿਆਦਾ ਜੁੜੀ ਹੋਈ ਹੈ ਉਸ ਦੇ ਉੱਤੇ ਜ਼ਿਆਦਾ ਕੇਂਦਰਿਤ ਹੋਣ ਦੀ ਵਿਸ਼ਾ ਹੈ। ਅਸੀਂ ਹੁਣ ਗੁਰਦੁਆਰਾ ਆਪਣੇ ਗ੍ਰਹਿ ਤੋਂ ਚੱਲ ਕੇ ਗੁਰਦੁਆਰਾ ਪ੍ਰੀਤ ਨਗਰ ਆਏ। ਆਉਂਦੇ ਹੋਏ ਸਾਡੇ ਤੋਂ ਸਕੂਟਰ ਤੇ ਜਾਂ ਪੈਦਲ ਆਉਂਦੇ ਹੋਏ ਕਈ ਜੀਵਾਂ ਦੀ ਹੱਤਿਆ ਹੋ ਗਈ ਹੋਈ, ਜਾਂ ਦੂਸਰਾ ਭਾਵ ਅਰਥ ਲਗਾ ਲਓ ਵੀ ਅਸੀਂ ਘਰ ਤੋਂ ਕਣਕ ਲੈ ਕੇ ਗਏ ਤੇ ਸਵਾਣ ਲਈ ਗਏ ਤੇ ਉਸ ਕਣਕ ਦੇ ਅੰਦਰ ਕਈ ਪ੍ਰਕਾਰ ਦੇ ਜੀਆਂ ਦੀ ਹੱਤਿਆ ਹੋ ਗਈ, ਪਰ ਉਸ ਦੇ ਬਾਰੇ ਤੁਹਾਨੂੰ ਪਤਾ ਨਹੀਂ ਲੱਗਿਆ। ਤੇ ਅਸੀਂ ਜਦੋਂ ਅੰਮ੍ਰਿਤ ਵੇਲੇ ਤੇ ਸ਼ਾਮ ਦੀ ਸੰਧਿਆ ਕਰਦੇ ਆ ਨਾ, ਉਹ ਜੀਵ ਹੱਤਿਆ ਦੇ ਜੋ ਪਾਪ ਹੁੰਦੇ ਨੇ ਉਹ ਸੰਧਿਆ ਵੰਦਨਾ ਕਰਕੇ ਕਰਮਾਂ ਦੇ ਕਰਕੇ ਉਹ ਪਾਪ
ਸਾਨੂੰ ਮਾਫ ਹੋ ਜਾਂਦੇ। ਪਾਪ ਤਾਂ ਹੋ ਰਹੇ, ਜੀਵ ਹੱਤਿਆ ਹੋ ਰਹੀ ਹੈ, ਐ ਨਹੀਂ ਵੀ ਜੀਵ ਹੱਤਿਆ ਹੋ ਰਹੀ। ਜਿਹੜੇ ਪਹਿਲੇ ਇੰਨੇ ਇੰਨੇ ਵੱਡੇ ਵੱਡੇ ਅਸ਼ਵਮੇਧ ਯੱਗ, ਰਾਜਸੂਈ ਯੱਗ ਹੁੰਦੇ ਸੀ, ਉਸਦੇ ਅੰਦਰ ਘੋੜਿਆਂ ਦੀ ਚਰਬੀ ਪੈਂਦੀ ਸੀ। ਪਰ ਉਹ ਕਿਉਂ ਪੈਂਦੀ ਸੀ? ਉਹ ਇਸ ਕਰਕੇ ਪੈਂਦੀ ਸੀ ਵੀ ਨਾਲ ਮੰਤਰ ਵੀ ਉਚਾਰਨ ਹੁੰਦੇ ਸੀ, ਵੀ ਨਾਲ ਘੋੜਿਆਂ ਦੇ ਮਿਝ ਪਈ ਤੇ ਨਾਲ ਹੀ ਮੰਤਰ ਦੇ ਨਾਲ ਉਸਦਾ ਪ੍ਰਾਸ਼ਚਿਤ ਕਰ ਦਿੱਤਾ। ਤੇ ਪ੍ਰਾਸ਼ਚਿਤ ਕਰਮ ਜਿਹੜਾ ਹੁੰਦਾ ਹੈ, ਜੋ ਅਸੀਂ ਕਰਦੇ ਹਾਂ, ਅਸੀਂ ਕਰਕੇ ਸੰਧਿਆ ਵੰਦਨਾ ਹੁੰਦੀ ਹੈ। ਉਸ ਸਮੇਂ ਬੋਲਣਾ ਨਹੀਂ ਚਾਹੀਦਾ, ਪਾਠ ਕਰਦੇ ਸਮੇਂ ਵਿੱਚ ਬੋਲਣਾ ਨਹੀਂ ਚਾਹੀਦਾ, ਕਿਉਂਕਿ ਉਹ ਸਾਨੂੰ ਪ੍ਰਾਸ਼ਚਿਤ ਕਰਮਾਂ ਦੇ ਫਲ ਤੋਂ ਨਿਵਰਤੀ ਹੋ ਰਹੀ ਹੈ। ਸੋ ਰਹੋ ਵਿਚਾਰ। ਭਾਈ ਮਤੀ ਦਾਸ ਜੀ ਨੂੰ ਉਹਨਾਂ ਨੇ ਬੁਲਾਉਣਾ ਚਾਹਿਆ, ਪਰ ਭਾਈ ਮਤੀ ਦਾਸ ਜੀ ਬੋਲੇ ਨਹੀਂ। ਉਹ ਦੂਸਰੇ ਸਿੰਘ ਕੋਲ ਗਏ, ਬਾਬਾ ਗੁਰਦਿੱਤਾ ਜੀ ਕੋਲ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ 6ਵੀਂ ਅੰਸ਼, ਜਿਨ੍ਹਾਂ ਨੇ 8ਵੇਂ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ, 9ਵੇਂ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ। ਬ੍ਰਹਮ ਗਿਆਨੀ ਉਹਨਾਂ ਨੂੰ ਬੁਲਾਇਆ, ਪਰ ਸਹਿਜ ਸੁਭਾਏ ਬੋਲੇ ਨਹੀਂ। ਪਤਾ ਲੱਗ ਗਿਆ ਵੀ ਕਿਉਂ ਆਏ। ਉਪਰੰਤ ਜਦੋਂ ਪੁੱਛਦਾ ਕੋਤਵਾਲ ਗੁੱਸੇ ਦੇ ਨਾਲ ਉਹਨਾਂ ਨੂੰ, ਉਹ ਤਾਂ ਨਿਤਨੇਮ ਕਰ ਰਹੇ ਨੇ ਸਿੱਖ, ਕਿਹਾ ਤੁਸੀਂ ਕੌਣ ਹੋ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਿਲਕੁਲ ਬਾਗ ਦੇ ਵਿੱਚ ਬੈਠੇ ਸੀ, ਕਿਹਾ ਸਾਡੇ ਕੋਲ ਆ ਜਾਓ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਅਸੀਂ ਇਸ ਆਜੜੀ ਨੂੰ ਮਠਿਆਈ ਲਿਆਉਣ ਦੇ ਲਈ ਆਪਣੀ ਹੀਰੇ ਦੀ ਅੰਗੂਠੀ ਤੇ ਵਸਤਰ ਦਿੱਤਾ। ਇੰਨੀ ਗੱਲ ਜਾਣ ਕੇ ਉਹ ਕਹਿੰਦਾ ਤੁਸੀਂ ਹੋ ਕੌਣ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਅਸੀਂ, ਸਾਡਾ ਨਾਮ ਤੇਗ ਬਹਾਦਰ ਹੈ। ਉਹ ਕੋਤਵਾਲ ਇਸ ਗੱਲ ਦੇ ਉੱਤੇ ਭੁਚੱਕਾ ਹੋਇਆ ਵੀ ਤੇਗ ਬਹਾਦਰ ਨਾਮ ਦੇ ਵਿਅਕਤੀ ਨੂੰ, ਤੇਗ ਬਹਾਦਰ ਨਾਮ ਦੇ ਹਿੰਦੂਆਂ ਦੇ ਗੁਰੂ ਨੂੰ ਤੇ ਪੂਰੇ ਹਿੰਦੁਸਤਾਨ ਦੇ ਅੰਦਰ ਭਾਲ ਚੱਲ ਰਹੀ ਹੈ। ਉਹ ਦੁਬਾਰਾ ਪੁੱਛਦਾ ਹੈ, ਹੁਣ ਜਿਹੜਾ ਨਰਮਾਈ ਨਾਲ ਗੱਲ ਕਰਦਾ, ਕਹਿੰਦਾ ਤੇਗ ਬਹਾਦਰ ਖੁੱਲ ਕੇ ਦੱਸੋ ਕੌਣ ਹੋ? ਕਿ ਅਸੀਂ ਗੁਰੂ ਨਾਨਕ ਦੀ 9ਵੀਂ ਗੱਦੀ ਦੇ ਵਾਰਿਸ ਹਾਂ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਵਾਸੀ। ਜਦੋਂ ਇੰਨੀ ਗੱਲ ਸੁਣੀ ਕੋਤਵਾਲ 2 ਕਦਮ ਪਿੱਛੇ ਹੋ ਗਿਆ। ਕਿਹਾ ਤੁਸੀਂ ਉਹੀ ਗੁਰੂ ਤੇਗ ਬਹਾਦਰ ਸਾਹਿਬ ਹੋ ਜਿਸ ਦੇ ਲਈ ਔਰੰਗਜ਼ੇਬ ਦਾ ਹੁਕਮਨਾਮਾ ਹੈ ਬਈ ਉਹਨਾਂ ਨੂੰ ਦਿੱਲੀ ਦਰਬਾਰ ਦੇ ਅੰਦਰ ਪੇਸ਼ ਕਰਨਾ। ਇੰਨੀ ਗੱਲ ਸੁਣਦੇ ਹੀ ਉਹ ਬੋਲੇ, ਮਹਾਰਾਜ ਸੱਚੇ ਪਾਤਸ਼ਾਹ, ਹਾਂ ਅਸੀਂ ਉਹੀ ਗੁਰੂ ਤੇਗ ਬਹਾਦਰ ਸਾਹਿਬ। ਆਖਣਾ ਕਰੋ ਸਤਨਾਮ ਖਾਲਸਾ ਜੀ। ਕਿੰਨੀ ਵਿਚਿੱਤਰ ਗੱਲ ਹੈ। ਜੇ ਗੁਰਦੇਵ ਮਹਾਰਾਜ ਆਪ ਨਾ ਗ੍ਰਿਫਤਾਰੀ ਦਿੰਦੇ ਤਾਂ ਪ੍ਰਮਾਣ ਇਹ ਸੀਗਾ ਗੁਰੂ ਤੇਗ ਬਹਾਦਰ ਸਾਹਿਬ ਉਸ ਆਜੜੀ ਨੂੰ ਭੇਜਦੇ ਹੀ ਨਾ ਕੋਤਵਾਲ ਦੇ ਕੋਲ। ਗੁਰੂ ਤੇਗ ਬਹਾਦਰ ਸਾਹਿਬ ਕੋਲ ਬਹੁਤ ਸਮਾਂ ਸੀ, ਆਗਰੇ ਵਿਖੇ ਕਦੋਂ ਵੀ ਚਲੇ ਜਾ ਸਕਦੇ ਸੀ, ਕਿੱਥੇ ਵੀ, ਪਰ ਮਹਾਰਾਜ ਆਪਣੀ ਗ੍ਰਿਫਤਾਰੀ ਆਪ ਦੇ ਰਹੇ। ਮਹਾਰਾਜ ਕਹਿੰਦੇ ਉਹੀ ਆ। ਕਿਹਾ ਮਹਾਰਾਜ ਮੈਂ ਤਾਂ ਬੜਾ ਹੀ ਗਰੀਬ ਕੋਤਵਾਲ ਆਗਰੇ ਦਾ, ਪਰ ਮੇਰੀ ਇੱਕ ਬੇਨਤੀ ਹੈ, ਸਾਨੂੰ ਤੁਹਾਨੂੰ ਗ੍ਰਿਫਤਾਰ ਕਰਨ ਦਾ ਹੁਕਮ ਹੈ। ਮਹਾਰਾਜ ਕਹਿ ਰਹੇ ਅਸੀਂ ਤੁਹਾਨੂੰ ਕੋਈ ਪ੍ਰਤੀਬੰਧ ਨਹੀਂ ਲਗਾ ਰਹੇ, ਰੋਕ ਨਹੀਂ ਰਹੇ, ਕਰੋ ਗ੍ਰਿਫਤਾਰ। ਉਹ ਇੱਕਦਮ ਹੈਰਾਨ ਹੋ ਗਿਆ ਵੀ ਗ੍ਰਿਫਤਾਰ ਕਿੱਦਾਂ ਕਰਾਂ? ਮੈਂ ਤੇ ਨਾ ਹਥਕੜੀਆਂ ਲੈ ਕੇ ਆਇਆ, ਨਾ ਫੌਜ ਲੈ ਕੇ ਆਇਆ। ਇਹਨਾਂ ਦੇ ਨਾਲ 5 ਸੂਰਮੇ ਨੇ, ਗੁਰੂ ਸਾਹਿਬ ਦਾ ਆਪ ਸਰੂਪ ਸ਼ਸਤਰਧਾਰੀ ਹੈ। ਮਹਾਰਾਜ ਕਹਿੰਦੇ ਅਸੀਂ ਭੱਜਣ ਦੇ ਲਈ ਨਹੀਂ ਆਏ, ਅਸੀਂ ਆਪ ਤੁਹਾਨੂੰ ਆਪਣੀ ਗ੍ਰਿਫਤਾਰੀ ਦੇਣ ਆਏ ਹਾਂ। ਇਹ ਗੱਲ ਸੁਣ ਕੇ ਮਹਾਰਾਜ ਨਾਲ ਨਿਰਮਈ ਨਾਲ ਗੱਲ ਕਰਕੇ ਕਹਿੰਦਾ, ਪਾਤਸ਼ਾਹ ਆਪ ਜੀ ਨੂੰ ਇੱਕ ਖੇਚਲ ਦੇਣੀ ਹੈ, ਜੇ ਤੁਸੀਂ ਮੇਰੇ ਨਾਲ ਕੋਤਵਾਲ ਤੱਕ ਚੱਲੋ। ਮਹਾਰਾਜ ਨੇ ਕਿਹਾ 7 ਵਚਨ। ਸਿੰਘ ਬਾਣੀ ਪੜ੍ਹਦੇ ਨੇ, ਬਾਣੀ ਪੜ੍ਹਦੇ ਤੁਰ ਪਵੋ। ਮਹਾਰਾਜ ਨੇ ਰਹਿਰਾ ਸਾਹਿਬ ਦੀ ਅਰਦਾਸ ਉਸ ਉਪਬੰਧ ਦੇ ਅੰਦਰ ਕੀਤੀ, ਬਾਗ ਦੇ ਅੰਦਰ ਕੀਤੀ, ਤੇ ਮਹਾਰਾਜ ਕੋਤਵਾਲ ਦੇ ਨਾਲ 3-4 ਸਿੰਘਾਂ ਉਹਦੇ ਨਾਲ ਨੇ, ਕੋਤਵਾਲ ਦੇ, ਤੇ ਆਪਣੇ 5 ਸਿੰਘ ਸੂਰਮੇ ਨਾਲ ਲੈ ਕੇ ਗੁਰਦੇਵ ਮਹਾਰਾਜ ਚੱਲ ਪਏ ਕੋਤਵਾਲ ਨੂੰ। ਤੇ ਕੋਤਵਾਲੀ ਵਿਖੇ ਮਹਾਰਾਜ ਨੇ ਗ੍ਰਿਫਤਾਰੀ ਦਿੱਤੀ ਤੇ ਉਸਨੇ ਸੋਹਣਾ ਵਸਤਰ ਵਿਛਾ ਕੇ ਮਹਾਰਾਜ ਨੂੰ ਕਾਰਾਗ੍ਰਹਿ ਦੇ ਅੰਦਰ ਬੰਦ ਕਰ ਦਿੱਤਾ। ਤੇ ਰਾਤ ਫਟਾਫਟ ਇੱਕ ਘੁੜਸਵਾਰ ਨੂੰ ਦਿੱਲੀ ਵੱਲ ਭੇਜਤਾ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਆਗਰਾ ਤੋਂ ਦਿੱਲੀ 150-200 ਕਿਲੋਮੀਟਰ ਹੈ, ਇੰਨੀ ਦੇਰ ਲੱਗਦੀ ਨਹੀਂ, 150 ਕਿਲੋਮੀਟਰ ਹੈ। तो रातों रात घुड़सवार पहुंचा, औरंगजेब को खबर पहुंची दिल्ली दरबार के अंदर बई जेड़े 9वें गुरदेव गुरु तेग बहादुर साहब नूं तुसीं गिरफ्तार करना चाहते हो, उन्हां दी गिरफ्तारी
आगरे दे कोतवाल ने कर ली है ते महाराज कारागृह दे अंदर ने अपने 5 सिंह सूरमियां दे नाल जदों यह गल दिल्ली दरबार दे अंदर पहुंची, उत्थे कुछ सिख फौजी भी सीगे, उन्हां दा दिल दहल गया। पूरे दिल्ली दे अंदर यह गल पता लग गई भी 9वें पातशाह की गिरफ्तारी हो गई है। औरंगजेब ने 5000 फौज की टुकड़ी भेज के क्या रातों रात कोई भी बंदा जिहड़ा फौज ले वो पैदल अरे नहीं जान दिया। 5000 दे 5000 घुड़सवार भेज दिते, जबकि पता भी अगों 5 सिंह ने 9वें पातशाह कल्ले ने, पर डर है। यह डर होना चाहिए सरकार के मन च। खालसे का डर शुरू तो रहा क्योंकि उन्होंने पता है 4 जंगां दे अंदर मेरा प्यो शाहजहान जहांगीर साडे बड़े बड़े गुरु हरगोबिंद साहब इन्हां दे पिता जी तो 4 बारी धूल चक चुके ने जंग के अंदर, ते 5000 फौज की टुकड़ी रातों रात भेजी। सवेरे 11-12 बजे लगते 5000 फौज दिल्ली आगरे विखे पुज गई, जिथे 9वें पातशाह महाराज कैद सीगे। 9वें पातशाह महाराज नूं रात जदों जिथे कारागृह के अंदर रहे, उत्थे दे कोतवाल दे नाल महाराज गल करते हैं भी साडी गिरफ्तारी हो गई है, तुसी इस आजड़ी नूं छड्ड दिओ ते साडी हीरे दी अंगूठी इहनूं दे दो ते इहदा जो इनाम दा धन बनदा है वो भी इहनूं दे दो। क्योंकि गुरु घर दे अंदर महाराज जानते सी भी गरीब सिख की कोई गलती नहीं, असी आप उसनूं अपनी गिरफ्तारी का कारण बनाया है क्योंकि उसकी लड़की का आनंद कारज है, उसकी धी दे आनंद कारजां दे लई महाराज ने गिरफ्तारी दी सी। सतगुरु 9वें पातशाह महाराज दे कोल फौज की टुकड़ी किस तरह लगवाई औरंगजेब ने, क्या महाराज दे 1000 सूरमे अगे लाओ, 1000 खब्बे 1000 सज्जे ते 1000 पिछे, ते जिहड़ी 1000 फौज घोड़ियां दी होएगी वो चौगिरदे घूमदी रहेगी बई कोई इन्हां दे उत्ते हमला करके इन्हां छड़ा ना दे। श्री गुरु तेग बहादुर साहब महाराज सच्चे पातशाह हुण खालसा जी चल पए ने गिरफ्तारी दे, ते हुण महाराज कल दे दीवाना दे अंदर सरवण करांगे किस तरह सतगुरु दिल्ली पहुंचणगे। ते दिल्ली महाराज दे बहुत इतिहासिक गुरुद्वारे ने। सतगुरु सच्चे पातशाह महाराज यह गल नोट करने वाली है, महाराज पहले दिन शाम नूं आगरे पहुंचे सी, एक रात कोतवाली रहे सी ते उसे दिन मतलब 11-12 बजे महाराज ने अपनी गिरफ्तारी तो जिधरों कारागृह तो आजाद होके ते दिल्ली वड़ी गए। हुण महाराज रात नूं दिल्ली पहुंचणगे। सब तो पहले भूत हवेली जिथे भूतिया हवेली काजी कहणगे हुण रात दूजे पासे भी गल चल रही है बई 9वें पातशाह नूं रखिया कित्थे जावे। गुरु तेग बहादुर साहब नूं क्योंकि असी 3 शर्तां मनवाणियां, सब तो पहले ते महाराज नूं इस्लाम कबूल करवाना सब तो जरूरी गल। दूसरी गल महाराज गुरु तेग बहादुर साहब सच्चे पातशाह तो करामात देखनी है, करामात देख के तां तेरे औरंगजेब नूं ठंड पवेगी क्योंकि वो करामात दा शौकीन है। बाबे राम राय तो देखता रहा, गुरु हरकृष्ण साहब महाराज ने भी कहा सी करामात दिखाओ, महाराज ने दर्शन ही ना दिते। 9वें पातशाह नूं कहंदा भी महाराज तो इस्लाम कबूल कराना, दूजे नंबर ते महाराज तो करामात देखनी है, ते तीसरे नंबर दे उत्ते गुरु तेग बहादुर साहब जे दोनों शर्तां नहीं मनदे, महाराज धन भी नहीं लैंदे, इस्लाम भी नहीं कबूल करते, करामात भी नहीं दिखाते, ते गुरु तेग बहादुर साहब महाराज नूं कतल कर दिता। औरंगजेब बड़ा मुतसवी सी, ए रात मीटिंग चल रही है ते काजी बुलाने कहंदे महाराज ए शर्तां इदां नहीं मनणगे, इन्हां नूं डराया जाए। महाराज पूछते ने डराया किस तरह जाए, वो काजी मुलाणियां नूं औरंगजेब पुछदा किस तरह डराया जाए, ते कहंदे बादशाह सलामत जे तुहाडी इजाजत होवे तां भूतिया हवेली तकरीबन 3000 साल तो बंद है। वो 3000 साल तो बंद भूतिया हवेली दे अंदर जिथे सानू सारियां नूं पता है भूतां दा पहरा है बड़ा सख्त, उत्थे गुरु तेग बहादुर साहब नूं रुकवाया गया ते महाराज हुण चले आगरे धोए ने ते सब तो पहला पड़ाव भूतिया हवेली विखे काजी मुलाणे शरारत वजों करनगे।
ਤੇ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਉਹ ਭੂਤਾਂ ਦਾ ਕੱਲ ਉਧਾਰ ਕਰਨਗੇ, ਉਹ ਕੱਲ ਦੀ ਕਥਾ ਦੇ ਅੰਦਰ ਸਰਵਣ ਕਰਾਂਗੇ। ਆਓ ਸਾਰੰਗ ਰਾਗ ਦੇ ਮਹਾਰਾਜ ਦੇ 4 ਸ਼ਬਦ ਰਹਿ ਗਏ ਨੇ, ਫਿਰ ਗੁਰਦੇਵ ਦੀ ਬਾਣੀ ਦੇ ਸ਼ਲੋਕ ਮਹੱਲੇ 9ਵਿਆਂ ਦੀ ਕਥਾ ਹੋਣੀ ਹੈ। ਆਓ ਸ਼ਬਦ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਇੱਕ ਪਰਮਾਤਮਾ ਹੈ, ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ। ਓੰਕਾਰ ਸਵੈੰ ਪ੍ਰਕਾਸ਼ ਰੂਪ ਹੈ, ਸਵੈੰ ਨੂੰ ਵੀ ਜਾਣਦਾ ਹੈ ਤੇ ਜੜ ਚੇਤਨ ਸੱਤਾ ਨੂੰ ਵੀ ਜਾਣਦਾ ਹੈ। ਉਹ ਸੱਚੇ ਸਤਿਗੁਰਾਂ ਦੀ ਕਿਰਪਾ ਦੇ ਦੁਆਰਾ ਉਹ ਵਾਹਿਗੁਰੂ ਇੱਕ ਦੀ ਪ੍ਰਾਪਤੀ ਹੁੰਦੀ ਹੈ। ਰਾਗ ਸਾਰੰਗ ਮਹੱਲਾ ਨਾਵਾ। ਸਾਰੰਗ ਰਾਗ ਹੈ 1231 ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੇ। ਮਹੱਲਾ ਨਾਵਾਂ, 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਹੈ। ਸਾਰੰਗ ਰਾਗ ਦੀ ਬਾਣੀ ਮਹਾਰਾਜ ਨੇ ਤਦੋਂ ਉਚਾਰਨ ਕੀਤੀ ਹੈ ਜਦੋਂ ਗੁਰਦੇਵ ਪਟਨਾ ਸਾਹਿਬ ਤੋਂ ਚੱਲ ਕੇ ਕਾਮਰੂ ਦੇਸ਼ ਵੱਲ ਜਾ ਰਹੇ ਨੇ, ਤੇ ਮਹਾਰਾਜ ਨੇ ਇਹ ਸ਼ਬਦ ਤਦੋਂ ਉਚਾਰਨ ਕੀਤੇ ਸੀ। ਹਰ ਬਿਨ ਤੇਰੋ ਕੋ ਨਾ ਸਹਾਈ। ਮਹਾਰਾਜ ਕਹਿੰਦੇ, ਹੇ ਪ੍ਰਾਣਾਧਾਰੀ ਜੀਵ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤੇਰਾ ਕੋਈ ਵੀ ਸਹਾਇਕ ਨਹੀਂ ਹੈ। ਹਰ ਬਿਨ ਤੇਰਾ, ਹਰੀ ਤੋਂ ਬਿਨਾਂ ਤੇਰੋ ਕੋ ਨਾ ਸਹਾਈ। ਤੇਰਾ ਕੋਈ ਵੀ ਸਹਾਇਕ ਨਹੀਂ ਹੈ ਵਾਹਿਗੁਰੂ ਦੇ ਨਾਮ ਤੋਂ ਬਿਨਾਂ। ਉਹ ਵਾਹਿਗੁਰੂ ਜਿਹੜਾ ਮੰਤਰ ਗੁਰਦੇਵ ਨੇ 36 ਯੁੱਗ ਦ੍ਰਿੜ ਤਪ ਕਰਕੇ ਕੱਢਿਆ ਹੈ, ਸੰਸ਼ੋਧਨ ਕਰਕੇ ਵੇਦਾਂ ਨੂੰ, ਸ਼ਾਸਤਰਾਂ ਨੂੰ, ਸਮਰਤੀਆਂ ਨੂੰ, ਗੁਰਦੇਵ ਨੇ ਵਾਹਿਗੁਰੂ ਦਾ ਮੰਤਰ ਦਿੱਤਾ ਹੈ। ਹੇ ਜੀਵ, ਤੇਰੇ ਤੋਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਸਹਾਈ ਨਹੀਂ ਹੈ। ਹਰ ਬਿਨ ਤੇਰੋ ਕੋ ਨਾ ਸਹਾਈ, 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 ਹਰ ਬਿਨ ਤੇਰੋ ਕੋ ਨਾ ਸਹਾਈ। ਗੁਰਦੇਵ ਮਹਾਰਾਜ ਕਹਿੰਦੇ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੈ ਬੰਦਿਆ ਤੇਰਾ ਕੋਈ ਵੀ ਸਹਾਇਕ ਨਹੀਂ ਧਰਤੀ ਤੇ। ਕਾਹੀ ਮਾਤ ਪਿਤਾ ਸੁਤ ਬਨਤਾ, ਕੋ ਕਾਹੂ ਕੋ ਭਾਈ। ਗੁਰਦੇਵ ਮਹਾਰਾਜ ਕਹਿੰਦੇ, ਤੇਰੇ ਮਾਂ ਤੇ ਪਿਓ ਜਿਹੜੇ ਤੈਨੂੰ ਪਿਆਰ ਕਰਦੇ ਨੇ, ਪਰ ਜਿਹੜੇ ਜਦੋਂ ਤੇਰੇ ਪ੍ਰਾਣਾਂ ਦਾ ਅੰਤ ਆ ਗਿਆ, ਤੇਰੀ ਘਰਵਾਲੀ ਵੀ ਤੇਰੇ ਸਾਥ ਨਹੀਂ ਦੇ ਸਕਦੀ। ਕਾ ਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਖ ਕੀ ਜੋਈ। ਘਟ ਫੂਟੇ ਕੋਈ ਬਾਤ ਨਾ ਪੁੱਛੇ, ਕਾਢੋ ਕਾਢੋ। ਗੁਰਦੇਵ ਮਹਾਰਾਜ ਕਹਿੰਦੇ, ਕੌਣ ਕਿਦਾ ਮਾਤਾ ਤੇ ਕੌਣ ਕਿਦੇ ਪਿਤਾ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਪੂਰਬ ਜਨਮਾਂ ਦੀ ਖੇਡ ਕਰਕੇ ਤੈਨੂੰ ਮਿਲੇ ਨੇ ਆਪਸ ਦੇ ਅੰਦਰ, ਪਰ ਇਹ ਅੰਤਲੇ ਵੇਲੇ ਤੇਰੇ ਸਹਾਈ ਨਹੀਂ ਹੋ ਸਕਦੇ। ਨਾ ਤੇਰੀ ਮਾਤਾ, ਨਾ ਤੇਰਾ ਪਿਤਾ, ਨਾ ਤੇਰਾ ਪੁੱਤਰ, ਨਾ ਤੇਰੀ ਘਰਵਾਲੀ, ਨਾ ਤੇਰਾ ਕੋਈ ਭਾਈਵਾਲ ਹੈ। ਗੁਰਦੇਵ ਕਹਿੰਦੇ, ਹਰੀ ਦੇ ਨਾਮ ਤੋਂ ਬਿਨਾਂ ਤੇਰਾ ਕੋਈ ਵੀ ਸਹਾਇਕ ਨਹੀਂ ਧਰਤੀ ਤੇ। ਵਿਸ਼ਰਾਮ ਦੇ ਕੇ ਗੁਰਦੇਵ ਫਰਮਾਨ ਕਰਦੇ ਨੇ 9ਵੇਂ ਪਾਤਸ਼ਾਹ, ਧਨ ਧਰਨੀ ਅਰ ਸੰਪਤ ਸਗਰੀ, ਜੋ ਮਾਨਿਓ ਬਨਾਈ। ਗੁਰਦੇਵ ਮਹਾਰਾਜ ਕਹਿੰਦੇ ਨੇ, ਤੂੰ ਮਨ ਤੋਂ ਧਨ ਨੂੰ ਆਪਣਾ ਸਮਝਦਾ ਹੈ, ਔਰ ਤੇਰੀ ਘਰ ਦੀ ਜੋ ਸੰਪਤੀ ਹੈ, ਮਕਾਨ ਨੇ, ਗੱਡੀਆਂ ਨੇ, ਧਨ ਪੈਸਾ ਹੈ, ਤੂੰ ਆਪਣਾ ਸਮਝਦਾ ਹੈ। ਪਰ ਗੁਰਦੇਵ ਮਹਾਰਾਜ ਕਹਿੰਦੇ, ਉਹ ਸਾਰਾ ਕੁਝ ਹੀ ਜਿੰਨਾ ਵੀ ਤੂੰ ਦੇਖ ਰਿਹਾ ਹੈ, ਜੋ ਮਾਨਿਓ ਅਪਣਾਈ, ਉਹ ਜਿੰਨਾ ਵੀ ਤੂੰ ਆਪਣਾ ਮੰਨੀ ਬੈਠਾ ਹੈ, ਉਹ ਤੇਰਾ ਨਹੀਂ ਹੈ। ਉਹ ਸਾਰੀ ਹੀ ਸਮਗਰੀ ਤੇਰੇ ਪ੍ਰਾਣਾ ਨਿਕਲਣ ਤੋਂ ਬਾਅਦ ਇਸ ਦਾ ਕੋਈ ਹੋਰ ਮਾਲਕ ਬਣ ਜਾਵੇਗਾ। ਤਨ ਛੂਟੈ ਕਛ ਸੰਗ ਨਾ ਚਾਲੈ, ਕਹਾ ਤਾਹੇ ਲਪਟਾਈ। ਗੁਰਦੇਵ ਮਹਾਰਾਜ ਕਹਿੰਦੇ, ਜਦੋਂ ਤੇਰੇ ਪ੍ਰਾਣਾ ਦਾ ਅੰਤ ਹੋਣਾ ਹੈ ਨਾ, ਤੇਰੀ ਦੇਹੀ ਨੂੰ ਸ਼ਮਸ਼ਾਨ ਘਾਟ ਦੇ ਅੰਦਰ ਫੂਕ ਦੇਣਾ ਹੈ, ਤੇ ਕੁਛ ਵੀ ਗੁਰਦੇਵ ਮਹਾਰਾਜ ਕਹਿੰਦੇ, ਜਦੋਂ ਤੇਰਾ ਤਨ ਛੁੱਟ ਜਾਣਾ ਹੈ, ਉਸ ਦੇ ਨਾਲ ਤੇਰੇ ਤਨ ਨੇ ਇੱਥੇ ਜਦੋਂ ਜਲ ਜਾਣਾ ਹੈ, ਤੇਰੇ ਸੂਖਸ਼ਮ ਸਰੀਰ ਨੇ ਅੱਗੇ ਜਾਣਾ, ਦੂਸਰੀ ਦੇਹ ਮਿਲਣੀ ਹੈ, ਤਦੋਂ ਤੇਰੇ ਨਾਲ ਕੁਝ ਵੀ ਨਹੀਂ ਜਾਣਾ। ਕਹਾਂ ਕਾਹੇ ਲਪਟਾਈ, ਕਿਹੜੇ ਧਨ ਪਦਾਰਥ ਤੇ ਰਿਸ਼ਤੇਦਾਰਾਂ ਨਾਲ ਮੋਹ ਕਰਦਾ ਹੈ।
ਗੁਰਦੇਵ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਅੱਗੇ ਕੋਈ ਵੀ ਚੀਜ਼ ਸਹਾਇਕ ਨਹੀਂ। ਤੂੰ ਕਿਉਂ ਲਪਟਦਾ ਹੈ ਧਨ ਸੰਪਤੀ ਨਾਲ। ਦੀਨ ਦਇਆਲ ਸਦਾ ਦੁਖ ਭੰਜਨ ਤਾਸਿਓ ਰੁਚ ਨ ਵਢਾਈ। ਜਿਹੜੇ ਦੀਨਾਂ ਦੇ ਦਿਆਲ ਕਰਨ ਵਾਲੇ ਵਾਹਿਗੁਰੂ ਦਾ ਨਾਮ ਹੈ, ਪਰਮੇਸ਼ਵਰ ਦਾ ਨਾਮ ਹੈ, ਵਾਹਿਗੁਰੂ ਦਾ ਨਾਮ ਹੈ, ਉਹ ਤੇਰੇ ਦੁੱਖਾਂ ਨੂੰ ਭੰਜਨ ਕਰਨ ਵਾਲਾ ਹੈ, ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਤੂੰ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਰੁਚੀ ਨਹੀਂ ਵਧਾਉਂਦਾ। ਤੂੰ ਆਪਣੀ ਜੋ ਰੁਚੀ ਹੈ ਉਹ ਪਦਾਰਥਾਂ ਦੇ ਵੱਲ ਰੱਖਦਾ ਹੈ, ਰਿਸ਼ਤੇਦਾਰਾਂ ਤੇ ਆਸ ਰੱਖਦਾ ਹੈ। ਪਰ ਗੁਰਦੇਵ ਮਹਾਰਾਜ ਕਹਿੰਦੇ ਹਰੀ ਦੇ ਨਾਮ ਦੇ ਨਾਲ ਰੁਚੀ ਵਧਾ। ਤੂੰ ਆਪਣੀ ਕਿਰਤ ਦੇ ਉੱਤੇ ਖੁੱਬਦਾ ਰਹਿਣਾ ਦਿਨ ਰਾਤ, ਸੋਚਦਾ ਹੈ ਵੀ ਹੋਰ ਧਨ ਕਿਸ ਤਰ੍ਹਾਂ ਵਧੇਗਾ, ਰੁਚੀ ਵਧਾਉਂਦਾ ਹੈ ਦੁਨਿਆਵੀ ਪਦਾਰਥਾਂ 'ਚ। ਪਰ ਜੇ ਤੂੰ ਰੁਚੀ ਮਹਾਰਾਜ ਕਹਿੰਦੇ ਦੁਨਿਆਵੀ ਪਦਾਰਥਾਂ 'ਚ ਵਧਾਉਣਾ ਹੈ, ਉਨੀ ਰੁਚੀ ਨਾਮ ਨਾਲ ਨਹੀਂ ਵਧਾਉਂਦਾ, ਉਨੀ ਰੁਚੀ ਹਰੀ ਦੇ ਜਸ ਨਾਲ ਨਹੀਂ ਵਧਾਉਂਦਾ। ਨਾਨਕ ਕਹਿਤ ਜਗਤ ਸਭ ਮਿਥਿਆ ਜਿਉ ਸੁਪਨਾ ਰਹਿ ਨਾਈ। ਨੌਵੇਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹ ਜਿੰਨਾ ਵੀ ਜਗਤ ਦਿਖ ਰਿਹਾ ਹੈ ਇਹ ਸਾਰੇ ਹੀ ਮਿੱਥਿਆ ਹੈ। ਉਸ ਦਿਨ ਮਿੱਥਿਆ ਦੇ ਅਰਥ ਦੱਸੇ ਸੀ ਬਈ ਇਹ ਜਿਹੜਾ ਝੂਠ ਹੁੰਦਾ ਹੈ ਉਹ ਜਿਸ ਤਰ੍ਹਾਂ ਖਰਗੋਸ਼ ਦੇ ਕਹਿ ਲਈਏ ਸਿੰਘ ਨੇ, ਉਹ ਗੱਲ ਝੂਠ ਹੈ, ਉਹ ਗੱਲ ਝੂਠ ਹੈ ਵੀ ਖਰਗੋਸ਼ ਦੇ ਤਾਂ ਸਿੰਘ ਹੁੰਦੇ ਨੇ। ਮਿੱਥਿਆ ਕੀ ਹੁੰਦਾ ਹੈ, ਜਿਸ ਤਰ੍ਹਾਂ ਹਨੇਰਾ ਹੋ ਜਾਵੇ ਤੇ ਉਸ ਦੇ ਅੰਦਰ ਕੁਛ ਮੁਸੜਾ ਜਾਂ ਮੌਸਮ ਹੋਵੇ, ਨਾ ਦਿਨ ਹੈ ਨਾ ਰਾਤ ਹੈ, ਪਰ ਹਨੇਰਾ ਜਿਹਾ ਪ੍ਰਤੀਤ ਹੋ ਰਿਹਾ ਹੈ। ਉਸ ਦੇ ਅੰਦਰ ਜੋ ਰੱਸੀ ਹੈ ਉਹ ਸੱਪ ਦੀ ਪ੍ਰਭਾਤ ਦੇ ਰਹੀ ਹੈ, ਪ੍ਰਭਾਸੀ ਦੇ ਰਹੀ ਹੈ ਵੀ ਇਹ ਸੱਪ ਹੈ, ਉਸ ਨੂੰ ਮਿੱਥਿਆ ਕਹਿੰਦੇ ਨੇ। ਜੋ ਸੱਪ ਦਾ ਦਿਸਣਾ ਉਹ ਮਿੱਥਿਆ। ਗੁਰਦੇਵ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਹੋਂਦ ਕਰਕੇ ਇਹ ਜੋ ਜਗਤ ਹੈ, ਇਹ ਜਿੰਨਾ ਵੀ ਦਿਸ ਰਿਹਾ ਹੈ ਉਹ ਵਾਹਿਗੁਰੂ ਦੀ ਹੋਂਦ ਕਰਕੇ ਸੱਚਾ ਹੈ, ਪਰ ਅਸਲ ਦੇ ਅੰਦਰ ਉਹ ਮਿੱਥਿਆ ਹੈ, ਝੂਠ ਹੈ। ਉਹ ਦਿਸ ਰਿਹਾ ਪਰ ਹੈ ਕੁਝ ਨਹੀਂ। ਜਿਸ ਤਰ੍ਹਾਂ ਬਾਦਲ ਦੀ ਛਾਈ ਹੁੰਦੀ ਹੈ ਨਾ, ਬੱਦਲਾਂ ਦੀ ਛਾਂ ਹੁੰਦੀ ਹੈ, ਉसी प्रकार है जगत है, स्थिर नहीं है। सारंग महला नौवें पातशाह अगला शब्द सारंग राग का उच्चारण करते ने। कहा मन विखिया सिर लपटाही। गुरुदेव महाराज कहते तू क्यों अपने मन नूं विख्या रसां दे अंदर लपटा रहा है। तैनूं पराया धन चंगा लगदा लुटना, पराई इस्त्री दे उत्ते तेरी निगाह है। गुरुदेव महाराज कहते क्यों तू विख्या रस दे नाल लपटाना है। या जग में को बहन न पावे, एक आवे एक जाही। गुरुदेव महाराज कहते जेते आसन हम बैठ रहे केते बैस रहे आ। जिस थां ते तुसी बैठे हो ना, इत्थे पहले करो नहीं आके बह के चले गए। गुरुदेव महाराज कहते कि इस थां दे उत्ते या जग में को रहन ना पावे। इस धरती दे उत्ते रावण वर्गे नहीं रहे जिन्हां ने काल नूं पावे नाल बन्निया सी। भीष्म पितामह वर्गे भी धरती ते नहीं रहे जिन्हां नूं इच्छा मृत्यु दा वर सीगा। मार कंडे ते को अधिकारी जिन तृण धर्म मूंड बुलाए। मार कंडे वर्गा कोई तपस्वी नहीं सी जिन्हें भगवान शिव दी शिवलिंग नूं जफा पा लिया सी जदों काल लैण आए, पर उन्हां नूं भी अपना शरीर छोड़ के जाना पिया। राम गयो रावण गयो जाको बहु परवार, कहो नानक फिर कछ नहीं सुपने जियो संसार। भगवान राम नूं भी शरीर करके जाना पिया, शरीर किसे दा नहीं रहिंदा ते रावण नूं भी जाना पिया। गुरुदेव महाराज कहते ने भी तू क्यों अपना मन जगत दे अंदर लपटाए मान करी बैठा है, तू की समझदा तेरा शरीर सदा ही रहेगा। गुरुदेव महाराज कहते छिन छिन औध तेरी घट रही है, तू इस गल नूं दृढ़ करके जान। महाराज कहते ने या जगत में को रहन ना पावे, एक आवे एक जाही। कदे असी गुरुद्वारे दे अंदर तेरे दादा परदादा गुरुद्वारे च कथा सुनते सी, तेरे पिता बैठते सी, ते हुण तू बैठा एक आ रहा, हुण तू भी चला जाएगा, तेरा पुत्र आवेगा, तेरा पुत्र भी चला जाएगा। यह गल सच है, इस गल नूं बंदा मनदा नहीं। बंदा कहता भी यह कथा कित्थे छिड़ पई है। भादों दे महीने की कथा करनी होवे किसी स्थान दे उत्ते बड़ा औखा हुंदा है। वो कहते बाबा जी गुरुद्वारे दे अंदर पहले वारी ते संगरांद ते तां गुरुद्वारे आईदा, उसे दिन ही तुसीं कह रहे भादुए भरम भलाणियां दूजे लगा, तुसीं उसे दिन ही मौत की कथा छेड़ ली है। ते पर खालसा जी जिहड़ा जिउणा है ना वो झूठ है, मरना सच है। यह गल नूं बंदा स्वीकार नहीं करता। पर गुरुदेव कहते एक आवह एक जाही।
ਜੇ ਇੱਕ ਧਰਤੀ ਦੇ ਉੱਤੇ ਜੀਵ ਦੀ ਉਤਪਤੀ ਹੋ ਰਹੀ ਹੈ, ਨਾਲ ਹੀ ਕਿਸੇ ਦਾ ਸੰਸਕਾਰ ਵੀ ਹੋ ਰਿਹਾ। ਇਸ ਗੱਲ ਨੂੰ ਚੰਗੀ ਤਰ੍ਹਾਂ ਮਨ 'ਚ ਜਾਣ ਲੈ। ਰਹਾਉ ਵਿਸ਼ਰਾਮ ਦੇ ਕੇ ਗੁਰਦੇਵ ਫੁਰਮਾਨ ਕਰਦੇ ਨੇ, ਕਾਕੋ ਧਨ ਧਨ ਸੰਪਤ ਕਾ ਕੀ ਕਾਸਿਓ ਲਿਹੋ ਨਿਗਾਈ। ਗੁਰਦੇਵ ਕਹਿੰਦੇ ਕਿਹਦੀ ਸੰਪਤੀ ਧਨ ਦੀ ਹੈ, ਕਿਹਦਾ ਧਨ ਹੈ, ਸਭ ਪੂਰਵ ਕਰਮਾਂ ਦੇ ਕਰਕੇ ਇਕੱਠੇ ਹੋਏ ਨੇ। ਕਾਸਿਓ ਨੇਹੋ ਲਗਾਇਓ, ਕਿਉਂ ਤੂੰ ਪ੍ਰੀਤ ਲਗਾਨਾ ਝੂਠੇ ਪਦਾਰਥਾਂ ਦੇ ਨਾਲ। ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਹੀ। ਜਿੰਨਾ ਵੀ ਮਹਾਰਾਜ ਕਹਿੰਦੇ ਤੁਹਾਨੂੰ ਦੋ ਅੱਖਾਂ ਤੋਂ ਚੀਜ਼ ਦਿਖ ਰਹੀ ਹੈ ਨਾ, ਉਹ ਸਾਰਾ ਕੁਝ ਹੀ ਵਿਨਾਸ਼ ਹੋ ਜਾਣਾ। ਜੋ ਕਿਛ ਦਿਸ਼ਟ ਅਗੋਚਰ ਆਵਤ, ਤਾਂ ਕੋ ਮਨ ਮਾਇਆ ਠਹਿਰਾਵਤ। ਕਲਗੀਧਰ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਦੇ ਅੰਦਰ ਇਹ ਗੱਲ ਲਿਖ ਰਹੇ ਨੇ। ਮਹਾਰਾਜ ਕਹਿੰਦੇ ਜਿੰਨੀ ਵੀ ਸ੍ਰਿਸ਼ਟੀ ਤੇ ਚੀਜ਼ ਦਿਖ ਰਹੀ ਹੈ ਨਾ ਸਾਹਮਣੇ, ਉਹ ਸਭ ਕੁਝ ਮਾਇਆ ਹੈ, ਤੇ ਮਾਇਆ ਮਿੱਥਿਆ ਹੈ, ਝੂਠੀ ਹੈ, ਨਾਸ਼ ਹੋ ਜਾਣ ਵਾਲੀ ਹੈ। ਤੇ ਤੂੰ ਉਸ ਮਾਇਆ ਦੇ ਅੰਦਰ ਕਿਉਂ ਲਪਾਟਮਾਨ ਹੋ ਰਿਹਾ ਹੈ? ਤੇ ਜਿੰਨੀ ਵੀ ਧਨ ਸੰਪਤੀ ਹੈ ਉਹ ਸਭ ਕੁਝ ਵਿਨਾਸ਼ ਹੋਵੇਗੀ। ਜੋ ਬਾਦਰ ਕੀ ਛਾਹੀ, ਜਿਸ ਤਰ੍ਹਾਂ ਬੱਦਲਾਂ ਦੀ ਛਾਂ ਕੁਝ ਦੇਰ ਲਈ, ਚੰਦ ਸਕਿੰਟਾਂ ਲਈ ਤੇਰੇ ਉੱਤੇ ਆਉਂਦੀ ਹੈ, ਫਿਰ ਬੱਦਲ ਦੀ ਛਾਂ ਉੱਡ ਜਾਂਦੀ ਹੈ। ਇਹ ਸੰਸਾਰ ਵੀ ਉਸੇ ਤਰ੍ਹਾਂ ਹੈ। ਤਜ ਅਭਿਮਾਨ ਸਰਣ ਸੰਤਨ ਗਹੋ, ਮੁਕਤ ਹੋਵੇ ਛਿਨ ਮਾਹੀ। ਪਰ ਗੁਰਦੇਵ ਨੂੰ ਕਹਿੰਦਾ, ਮਹਾਜੁਗਿਆਸੂ ਕਹਿੰਦਾ, ਮਹਾਰਾਜ ਫਿਰ ਕੀ ਮੈਂ ਮੁਕਤ ਨਹੀਂ ਹੋ ਸਕਦਾ? ਮੇਰੀ ਮੁਕਤੀ ਨਹੀਂ ਹੋ ਸਕਦੀ? ਮਹਾਰਾਜ ਕਹਿੰਦੇ ਤੇਰੀ ਮੁਕਤੀ ਹੋ ਸਕਦੀ ਹੈ। ਕਿਸ ਤਰ੍ਹਾਂ ਮਹਾਰਾਜ ਨੇ ਦੱਸਿਆ, ਤਜ ਅਭਿਮਾਨ ਸਰਣ ਸੰਤਨ ਕਹੋ, ਤਜ ਅਭਿਮਾਨ ਸਰਣ ਸੰਤਨ ਕਹੋ। ਤਜ ਅਭਿਮਾਨ ਸਰਣ ਸੰਤਨ ਗਹੋ, ਤਜ ਅਭਿਮਾਨ ਸਰਣ ਸੰਤਨ ਗਹੋ। ਮੁਕਤ ਹੋਏ ਛਿਨ ਮਾਹੀ, ਮੁਕਤ ਹੋਏ ਛਿਨ ਮਾਹੀ। ਮੁਕਤ ਹੋਏ ਛਿਨ ਮਾਹੀ, ਮੁਕਤ ਹੋਏ ਛਿਨ ਮਾਹੀ। ਗੁਰਦੇਵ ਤਜ ਦਾ ਅਰਥ ਹੁੰਦਾ ਹੈ ਛੱਡ ਦੇ, ਛੱਡ ਦੇਣਾ। ਮਹਾਰਾਜ ਕਹਿੰਦੇ ਆਪਣੇ ਹੰਕਾਰ ਨੂੰ ਛੱਡ ਦੇ, ਮਾਨ ਤੋਂ ਰਹਿਤ ਹੋ ਜਾ, ਵਡਿਆਈ ਦੀ ਇੱਛਾ ਨਾ ਰੱਖਿਆ ਕਰ। ਸ਼ਰਨ ਸੰਤਨ ਕੀ, ਸਾਧੂਆਂ ਦੇ ਚਰਨ ਪਕੜ ਲੈ। ਜਿਹੜੇ ਸਾਧੂ ਮਹਾਤਮਾ ਨਾਮ ਜਪਦੇ ਨੇ ਨਾ, ਉਹਨਾਂ ਦੇ ਚਰਨਾਂ ਦੀ ਧੂੜ ਹੋ ਜਾ। ਤੇ ਮਹਾਰਾਜ ਕਹਿੰਦੇ ਮੁਕਤ ਹੋਏ ਛਿਨ ਮਾਹੀ, ਜਦੋਂ ਨਾਮ ਸਾਧੂਆਂ ਦੇ ਚਰਨ ਪਕੜੇਗਾ, ਉਹ ਸਾਧੂ ਤੈਨੂੰ ਨਾਮ ਦੇਣਗੇ, ਵਾਹਿਗੁਰੂ ਗੁਰਮੰਤਰ ਜਪਣ ਲਈ ਪ੍ਰੇਰਿਤ ਕਰਨਗੇ। ਤੇ ਅਭਿਮਾਨ ਤੂੰ ਛੱਡ ਦੇਈ ਉਹ ਨਾਮ ਜਪਦੇ ਹੋਏ। ਤੇ ਜਦੋਂ ਨਾਮ ਜਪਦੇ ਹੋਏ ਅਭਿਮਾਨ ਨੂੰ ਛੱਡ ਦੇਏਗਾ ਨਾ, ਮੁਕਤ ਹੋਏ ਛਿਨ ਮਾਹੀ, ਇੱਕ ਛਿਨ ਦੇ ਅੰਦਰ ਹੀ ਮੁਕਤ ਹੋ ਜਾਏਗਾ। ਇੱਕ ਚਿਤ ਜੇ ਇੱਕ ਚਿੰਤ ਧਿਆਇਓ, ਕਾਲ ਪਾਸ ਕੇ ਬੀਚ ਨਾ ਆਏ। ਇੱਕ ਚਿਤ ਚਾਹੀਦਾ ਸਿਰਫ ਪ੍ਰਭੂ ਦਾ ਨਾਮ, ਇੰਨਾ ਪਵਿੱਤਰ ਹੈ ਨਾ। ਨਾਮ ਤੋਂ ਜੇ ਅਸੀਂ ਸੰਧੀ ਵਿਛੇਦ ਕਰੀਏ ਨਾ, ਨਾਮ ਜਿਹੜਾ ਆਪਣਾ ਨਾਮ ਹੈ ਨਾ, ਉਸ ਨੂੰ ਨਹੀਂ ਜਪਣਾ। ਨਾਮ ਤੇ ਜਿਹੜਾ ਉਸ ਮਾਇਆ ਦਾ ਪਤੀ ਹੈ ਵਾਹਿਗੁਰੂ ਅਕਾਲ ਪੁਰਖ, ਉਸ ਦੇ ਅੰਦਰ ਆਪਣੇ ਮਨ ਨੂੰ ਲੀਨ ਕਰ ਦੇਣਾ। ਤੇ ਉਹ ਜਿਹੜਾ ਨਾਮ ਜਦੋਂ ਜਪਣਾ ਹੈ ਨਾ, ਵਾਹਿਗੁਰੂ ਦਾ ਨਾਮ, ਉਹ ਜਪਣ ਦੇ ਨਾਲ ਸੰਤਾਂ ਦੀ ਸ਼ਰਨ ਪੈਣ ਦੇ ਨਾਲ ਤੇਰੀ ਛਿਨ ਦੇ ਅੰਦਰ ਹੀ ਮੁਕਤੀ ਹੋ ਜਾਏਗੀ। ਪਰ ਕਰੋੜਾਂ ਵਾਰੀ ਵਾਹਿਗੁਰੂ 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 ਰਸਨਾ ਤੋਂ ਬੋਲਣਾ ਪਵੇਗਾ, ਤਾਦੋਂ ਕਿਤੇ ਇੱਕ ਛਿਨ ਆਵੇਗਾ। ਜਦੋਂ ਸਾਧੂਆਂ ਦੀ ਸ਼ਰਨ ਦੇ ਅੰਦਰ ਪੈ ਕੇ, ਤੇ ਸਾਧੂਆਂ ਦੀ ਸ਼ਰਨ ਦੇ ਅੰਦਰ ਪੈ ਕੇ ਮਾਨ ਨੂੰ ਛੱਡ ਕੇ ਵਾਹਿਗੁਰੂ ਦਾ ਨਾਮ ਜਪੇਗਾ, ਤੇ ਤੇਰੀ ਛਿਨ ਚ ਮੁਕਤੀ ਹੋ ਜਾਏਗੀ। ਇਸ ਦੇ ਅੰਦਰ ਕੋਈ ਵੀ ਦੁਰਾਹਾ ਨਹੀਂ। ਬਾਬਾ ਬਿਧੀ ਚੰਦ ਜੀ ਚੋਰ ਹੈ ਪੇਸ਼ੇ ਤੋਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਜਿਨ੍ਹਾਂ ਨੇ ਮੁਖ ਕਰਕੇ ਸੇਵਾ ਕੀਤੀ। ਬਾਬਾ ਬਿਧੀ ਚੰਦ ਛੀਨਾ ਗੁਰੂ ਦਾ ਸੀਨਾ, ਇਹ ਵਰ ਮਿਲਿਆ ਹੋ ਗਿਆ। ਉਹ ਜਦੋਂ ਗੁਰੂ ਘਰ ਦੇ ਅੰਦਰ ਪਹਿਲੀ ਵਾਰੀ ਆਏ ਨਾ, ਤੇ ਉਹ ਗੁਰੂ ਘਰ ਦੇ ਨਾਲ ਕਿਸ ਤਰ੍ਹਾਂ ਜੁੜੇ। ਪੰਜਵੇਂ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਬ੍ਰਹਮ ਗਿਆਨੀ ਸਿੱਖ ਸੀ। ਹੁਣੇ ਬਚਨ ਆਇਆ ਨਾ ਕਿ ਤਜ ਅਭਿਮਾਨ ਸਰਣ ਸੰਤਨ ਗੋ। ਇਸ ਪੰਕਤੀ ਨੂੰ ਖੁੱਲ ਕੇ ਸਮਝੋ, ਕਿਉਂਕਿ ਸਾਰੀ ਪੰਕਤੀ ਦਾ ਜੋ ਸ਼੍ਰੇ ਹੈ, ਆਸ਼ਰਾ ਹੈ, ਉਹ ਇਹਦੇ ਅੰਦਰ ਲੁਕਿਆ ਹੋਇਆ ਹੈ। ਇਸ ਗੱਲ ਨੂੰ ਸਮਝਣਾ ਪਵੇਗਾ। ਗੁਰੂ ਅਰਜਨ ਦੇਵ ਮਹਾਰਾਜ ਦੇ ਇੱਕ ਸਿੱਖ ਸੀਗੇ ਭਾਈ ਅਦਲੀ ਜੀ, ਬ੍ਰਹਮ ਗਿਆਨੀ ਸੀ। ਸਾਰਾ ਦਿਨ ਬਿਰਤੀ ਨਾਮ ਚ ਉਹਨਾਂ ਦਾ ਇੰਨਾ ਨਿਤਨੇਮ ਸੀ। 7 ਸੁਖਮਨੀ ਸਾਹਿਬ ਦੇ ਪਾਠ ਉਹ ਬਹੁਤ ਘੱਟ ਸਮੇਂ ਚ ਕਰ ਲੈਂਦੇ ਸੀ।
ਤੇ ਉਸ ਤੋਂ ਬਾਅਦ ਜਿੰਨਾ ਸਮਾਂ ਬਚਦਾ ਸੀ ਵਾਹਿਗੁਰੂ ਮੰਤਰ ਜਪਦੇ ਸੀ ਤੇ ਕੋਈ ਖਾਸ ਕਿਰਤ ਨਹੀਂ ਕਰਦੇ ਸੀ, ਕੁਟੀਆ ਦੇ ਅੰਦਰ ਬੈਠ ਕੇ ਨਾਮ ਹੀ ਜਪਦੇ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬ੍ਰਹਮ ਗਿਆਨੀ ਸਿੱਖ ਰਾਤ ਨੂੰ ਨਾਮ ਜਪ ਰਹੇ ਨੇ ਤੇ ਉਧਰੋਂ ਵਿਧੀ ਚੰਦ ਜੀ ਜੋ ਹਜੇ ਗੁਰੂ ਘਰ ਦੇ ਅੰਦਰ ਆਮਦ ਨਹੀਂ ਹੋਈ, ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ ਤੇ ਇੱਕ ਪਿੰਡ ਦੀਆਂ ਕਿਸੇ ਜੱਟਾਂ ਦੇ ਘਰਾਂ ਦੀਆਂ ਉਹਨਾਂ ਨੇ ਮਈਆਂ ਖੋਲੀਆਂ ਚੋਰੀ ਕਰ ਕਾਲੇ ਰੰਗ ਦੀਆਂ 4-5 ਮਈਆਂ ਖੋਲ ਕੇ ਧੀਰੇ ਧੀਰੇ ਲੈ ਕੇ ਜਾ ਰਿਹਾ। ਇੱਕ ਜੱਟ ਦੀ ਜਾਗ ਖੁੱਲ ਗਈ, ਉਹਨੇ ਦੇਖਿਆ ਦੂਰ ਤੱਕ ਤੇ ਦੇਖਿਆ ਇੱਕ ਵਿਅਕਤੀ ਸਾਡੀ ਗਾਵਾਂ ਨੂੰ ਭਜਾ ਕੇ ਮਈਆਂ ਨੂੰ ਲੈ ਕੇ ਜਾ ਰਿਹਾ ਹੈ। ਉਹਦੇ ਪਿੱਛੇ ਉਹਨੇ ਸਾਰੇ ਪਰਿਵਾਰ ਨੂੰ ਉਠਾ ਲਿਆ, ਪਿੰਡ ਨੂੰ ਉਠਾ ਲਿਆ ਤੇ ਜਦੋਂ ਬਾਬੇ ਵਿਧੀ ਚੰਦ ਨੇ ਦੇਖਿਆ ਮੇਰੇ ਪਿੱਛੇ ਦਾ ਰੌਲਾ ਪੈਂਦਾ, ਲੋਕੀ ਡੰਡੇ ਲੈ ਕੇ ਮਸ਼ਾਲਾਂ ਲੈ ਕੇ ਆ ਰਹੇ ਨੇ, ਉਹਨਾਂ ਨੇ ਕੀ ਕੀਤਾ, ਫਟਾਫਟ ਮਈਆਂ ਨੂੰ ਭਜਾਇਆ ਤੇ ਦੇਖਿਆ ਕਿ ਛਪੜੀ ਸੀ। ਛਪੜੀ ਦੇ ਅੰਦਰ ਸਾਰੀਆਂ ਹੀ ਮੱਝਾਂ ਥੱਲੇ ਧਰ ਦਿੱਤੀਆਂ, ਛਪੜੀ ਦੇ ਅੰਦਰ ਛੁਪਾ ਦਿੱਤੀਆਂ ਲਗਾ, ਮੂੰਹ ਬਾਹਰ ਰਹਿ ਗਏ ਮੱਝਾਂ ਦੇ। ਤੇ ਆਪ ਦੇਖਿਆ ਇੱਕ ਛੋਟੀ ਜੀ ਕੁੱਲੀ ਨੇੜੇ ਬਣੀ ਹੋਈ ਹੈ ਤੇ ਉਸ ਦੇ ਅੰਦਰ ਚਿਰਾਗ ਬਣ ਗਿਆ, ਥੋੜੀ ਜੀ ਰੋਸ਼ਨੀ ਹੈ ਤੇ ਜਾ ਕੇ ਲੱਕੜ ਦਾ ਦਰਵਾਜ਼ਾ ਧੀਰੇ ਜੇ ਖੋਲ ਕੇ ਅੰਦਰ ਦੇਖਿਆ ਇੱਕ ਸਾਧੂ ਸਿੱਧੀ ਪਿੱਠ ਕਰਕੇ ਨੇਤਰ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਰਿਹਾ। ਜਾ ਕੇ ਮਹਾਂਪੁਰਸ਼ਾਂ ਨੂੰ ਮੱਥਾ ਟੇਕਿਆ, ਕਿਹਾ ਮਹਾਂਪੁਰਸ਼ੋ ਮੇਰੇ ਤੋਂ ਇੱਕ ਅਵਗਿਆ ਹੋ ਗਈ ਹੈ, ਹੁਣ ਖਾਲਸਾ ਜੀ ਪੰਕਤੀ ਆਈ ਹੈ ਤਜ ਅਭਿਮਾਨ, ਹੁਣ ਆਪਣਾ ਅਭਿਮਾਨ ਛੱਡਤਾ, ਮੈਂ ਚੋਰ ਹਾਂ ਤੇ ਮੈਂ ਕਿਸੇ ਕੋਈ ਕੰਮ ਕਰਦਾ। ਕਿਹਾ ਮਹਾਂਪੁਰਸ਼ੋ ਮੇਰੇ ਤੋਂ ਚੋਰੀ ਹੋ ਗਈ ਹੈ, ਮੈਂ ਝੂਠ ਨਹੀਂ ਬੋਲਦਾ, ਪਰ ਮੈਂ ਇਸ ਗੱਲ ਦਾ ਬੜਾ ਹੀ ਮਾਫੀ ਚ ਮੇਰਾ ਮਨ, ਖਿਮਾ ਮੰਗਦਾ, ਪ੍ਰਾਸ਼ਚਿਤ ਵੀ ਕਰ ਲਵਾਂਗਾ, ਪਰ ਮੇਰੇ ਪਿੱਛੇ ਪੂਰਾ ਪਿੰਡ ਲੱਗਿਆ ਹੈ, ਮਹਾਂਪੁਰਸ਼ੋ ਮੈਨੂੰ ਬਚਾ ਲਓ, ਕਿਰਪਾ ਕਰੋ ਮੇਰੇ ਤੇ। ਮਹਾਂਪੁਰਸ਼ਾਂ ਦਾ ਸੁਭਾਅ ਹੁੰਦਾ ਹੈ ਕੋਈ ਸ਼ਰਨ ਆਵੇ ਨਾ ਉਸ ਨੂੰ ਕੰਠ ਨਾ ਲਾ ਲੈਂਦੇ ਨੇ, ਉਹਦੇ ਔਗਣ ਨਹੀਂ ਦੇਖਦੇ। ਇਹੀ ਤੇ ਸਾਡੇ ਕਾਮਨ ਬੰਦੇ ਦੀ ਤੇ ਮਹਾਂਪੁਰਸ਼ਾਂ ਦਾ ਫਰਕ ਹੈ, ਉਹ ਸੁਭਾਅ ਨਹੀਂ ਦੇਖਦੇ ਵੀ ਕਿੱਦਾਂ ਦਾ। ਉਹਨਾਂ ਨੇ ਦੇਖਿਆ ਵੀ ਹੁਣ ਤੇ ਸ਼ਰਨ ਪੈ ਗਈ ਨਾ, ਹੁਣ ਤਾਰ ਦੋ। ਤੇ ਜਦੋਂ ਭਾਈ ਅਦਲੀ ਜੀ ਕੋਲ ਮੱਥਾ ਟੇਕ ਕੇ ਸ਼ਰਨ ਪਏ ਨਾ, ਭਾਈ ਅਦਲੀ ਜੀ ਨੇ ਕਿਹਾ ਕੀ ਚੋਰੀ ਕੀਤਾ ਹੈ? ਕਿਹਾ ਮਹਾਂਪੁਰਸ਼ੋ ਮੈਂ ਨਾ ਵਾਂਢੇ ਪਿੰਡ ਹੈ ਉਹਨਾਂ ਦੀਆਂ ਨਾ ਮਈਆਂ ਚੋਰੀ ਕਰ ਲਿਆ। ਕਿਹਾ ਭਾਈ ਕੋਈ ਗੱਲ ਨਹੀਂ, ਪਰ ਅੱਗੇ ਤੋਂ ਚੋਰੀ ਤਾਂ ਨਹੀਂ ਕਰੇਗਾ। ਮਹਾਂਪੁਰਸ਼ੋ ਕਿਰਪਾ ਕਰਿਓ, ਮੇਰੇ ਵੱਸ ਤਾਂ ਨਹੀਂ, ਤੁਸੀਂ ਹੱਥ ਰੱਖਿਓ। ਅੱਗੋਂ ਮਹਾਂਪੁਰਸ਼ਾਂ ਦਾ ਜਵਾਬ ਸੁਣੋ, ਕਿਹਾ ਮੇਰੇ ਵੀ ਵੱਸ ਨਹੀਂ ਤੇਰੀ ਚੋਰੀ ਛਡਾਣਾ। ਸ੍ਰੀ ਅੰਮ੍ਰਿਤਸਰ ਸਾਹਿਬ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਚਾਹੁਣ ਤਾਂ ਤੈਨੂੰ ਬੁਰੇ ਪਾਸਿਓਂ ਹਟਾ ਲੈ, ਇੱਕ ਸਾਧ ਬਚਨ ਅਟਲਾਦਾ। ਹੁਣ ਸਾਧੂ ਦਾ ਬਚਨ ਹੋ ਗਿਆ ਤੇ ਇੰਨੀ ਦੇਰ ਨੂੰ ਭਜਦੇ ਭਜਦੇ ਪਿੰਡ ਦੇ ਡਾਂਗਾ ਲੈ ਕੇ ਮਸ਼ਾਲਾਂ ਲੈ ਕੇ ਭਾਈ ਅਦਲੀ ਦੀ ਕੁਟੀਆ ਦੇ ਬਾਹਰ ਪਹੁੰਚ ਗਏ। ਤੇ ਭਾਈ ਅਦਲੀ ਜੀ ਕਹਿੰਦੇ ਹੁਣ ਭਾਈ ਵਿਧੀ ਚੰਦ ਜੀ ਤੁਸੀਂ ਨਹੀਂ ਬੋਲਣਾ, ਅਸੀਂ ਜਵਾਬ ਦੇਵਾਂਗੇ ਪਿੰਡ ਦੇ। ਜਦੋਂ ਦਰਵਾਜ਼ਾ ਖੁੱਲਿਆ ਭਾਈ ਅਦਲੀ ਜੀ ਨੂੰ ਪੁੱਛਿਆ ਮਹਾਂਪੁਰਸ਼ੋ ਸਾਡਾ ਇੱਕ ਚੋਰ ਆਇਆ ਹੈ ਪਿੰਡ ਤੋਂ ਮਈਆਂ ਚੁਰਾ ਕੇ, ਕੀ ਸਾਡੀ ਮਈਆਂ ਇੱਧਰ ਆਉਂਦੀਆਂ ਦੇਖੀਆਂ, ਚੋਰ ਆਉਂਦਾ ਦੇਖਿਆ? ਬਾਬਾ ਅਦਲੀ ਜੀ ਕਹਿੰਦੇ ਛੱਪੜ ਦੇ ਅੰਦਰ ਕੁਝ ਮੱਝਾਂ ਜ਼ਰੂਰ ਨੇ, ਤੁਸੀਂ ਕੱਢ ਕੇ ਦੇਖ ਲਓ, ਜਿਹੜੀ ਤੁਹਾਡੀਆਂ ਨੇ ਉਹ ਲੈ ਜਾਓ। ਪਿੰਡ ਵਾਲਿਆਂ ਨੇ ਮਸ਼ਾਲ ਨੇੜੇ ਕਰੀ, ਰਾਤ ਦਾ ਸਮਾਂ ਸੀ ਤੇ ਜਿੰਨੀਆਂ ਮੱਝਾਂ ਕੱਢਣ ਲੱਗ ਪਏ ਵਾਰੀ ਵਾਰੀ। ਭਾਈ ਵਿਧੀ ਚੰਦ ਜੀ ਕਾਲੇ ਰੰਗ ਦੀਆਂ ਐਂਡ ਲਵੇੜੀਆਂ ਗਊਆਂ ਚਰਾ ਕੇ ਲਿਆਏ ਸੀ ਜਿਹੜੀ ਦੁੱਧ ਦਿੰਦੀਆਂ, ਤੇ ਜਿਵੇਂ ਜਿਵੇਂ ਮੱਝਾਂ ਕੱਢੀ ਗਈ ਭੂਰੇ ਰੰਗ ਦੀਆਂ ਨਿਕਲੀਆਂ। ਆਖਣਾ ਕਰੋ ਸਤਨਾਮ। ਦੇਖ ਕੇ ਉਹ ਕਹਿੰਦੇ ਸਾਡੀਆਂ ਮਈਆਂ ਤਾਂ ਨਹੀਂ, ਸਾਡੀਆਂ ਤਾਂ ਕਾਲੇ ਰੰਗ ਦੀਆਂ ਸੀ, ਇਹ ਤਾਂ ਭੂਰੇ ਰੰਗ ਦੀਆਂ ਨੇ, ਇੱਥੇ ਛੱਡ ਦਿਓ। ਭਾਈ ਅਦਲੀ ਦੇ ਛੱਪੜ 'ਚ ਵਾਪਸ ਪਾ ਕੇ ਅਗਲੇ ਪਿੰਡ ਨੇ ਲੰਘ ਗਏ ਤੇ ਬਾਬਾ ਵਿਧੀ ਚੰਦ ਦੇਖ ਕੇ ਹੈਰਾਨ ਹੋ ਗਏ ਬਈ ਮੱਝਾਂ ਦਾ ਜੋ ਰੰਗ ਹੈ ਉਹ ਕਿਸ ਤਰ੍ਹਾਂ ਬਦਲ ਗਿਆ, ਤੇ ਕਾਲੇ ਰੰਗ ਦੀ ਸੀ। ਤਜ ਅਭਿਮਾਨ ਸਰਣ ਸੰਤਨ ਗਹੋ, ਸੰਤਾਂ ਦੀ ਸ਼ਰਨ ਲੈ ਲਈ ਤੇ ਮਾਨ ਵੀ ਛੱਡਤਾ। ਹੁਣ ਅਗਲੀ ਪੰਕਤੀ ਕੀ ਹੈ, ਦੂਜਾ ਹਿੱਸਾ, ਮੁਕਤ ਹੋਏ ਛਿਨ ਮਾਹੀ। ਹੁਣ ਅਗਲੀ ਕੀ ਸੀ, ਮੁਕਤੀ ਹੋਣੀ ਸੀ। ਤੇ ਬਾਬਾ ਅਦਲੀ ਜੀ ਨੇ ਪੁੱਛਿਆ ਬਾਬੇ ਵਿਧੀ ਚੰਦ ਕਿਆ ਹੋਇਆ? ਕਹਿੰਦੇ ਬਈ ਮਹਾਰਾਜ ਜਿਨ੍ਹਾਂ ਦੇ ਤੁਸੀਂ ਗੁਰੂ ਉਹ ਦਰਸ਼ਨ ਤਾਂ ਕਰਾਓ। ਫੇਰ ਕਹਿੰਦੇ ਵੀ ਸਾਡੇ ਗੁਰੂ ਬਾਬਾ ਅਦਲੀ ਜੀ ਬੋਲੇ ਅੰਮ੍ਰਿਤਸਰ ਸਾਹਿਬ ਵਿਖੇ ਨੇ, ਤਰਨ ਤਾਰਨ ਸਾਹਿਬ ਤੋਂ ਅੰਮ੍ਰਿਤ ਵੇਲੇ ਗੁਰਦੇਵ ਦੇ ਦਰਸ਼ਨ ਕਰਨ ਗਏ
ਤੇ ਜਦੋਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ, ਅੰਮ੍ਰਿਤ ਦ੍ਰਿਸ਼ਟ ਵੇਖਿਆ ਹੋਏ ਸੰਤ, ਅੰਮ੍ਰਿਤ ਦ੍ਰਿਸ਼ਟ ਨਾਲ ਗੁਰਦੇਵ ਨੇ ਦੇਖਿਆ ਤੇ ਬਾਬਾ ਬਿਧੀ ਚੰਦ ਜੀ ਨੂੰ ਗੁਰੂ ਘਰ ਦਾ ਸੰਤ ਬਣਾ ਕੇ ਰੱਖਿਆ, ਗੁਰੂ ਘਰ ਦਾ ਮੋਹਰੀ ਸਿੰਘ ਬਣਾਇਆ। ਛੇਵੇਂ ਪਾਤਸ਼ਾਹ ਮਹਾਰਾਜ ਦੇ ਨਾਲ ਰਹੇ। ਉਹਨਾਂ ਦਾ ਬਹੁਤ ਸੁੰਦਰ ਇਤਿਹਾਸ ਹੈ। ਗੁਰੂ ਘਰ ਦੇ ਘੋੜੇ ਚੋਰੀ ਹੋ ਗਏ ਸੀ। ਇੱਕ ਵਾਰੀ ਬਾਬਾ ਬਿਧੀ ਚੰਦ ਜੀ ਨੇ ਨਜੂਮੀ ਬਣ ਕੇ ਘੋੜੀ ਕੱਢ ਲਈ ਤੇ ਇੱਕ ਵਾਰੀ ਬਾਬਾ ਬਿਧੀ ਚੰਦ ਜੀ ਨੇ ਕਸੇਰਾ ਬਣ ਕੇ ਆਪਣਾ ਰੂਪ ਭੇਸ਼ ਬਦਲ ਕੇ ਘੋੜਾ ਮਾਲਿਸ਼ ਕਰਨ ਲਈ ਗੁਰੂ ਘਰ ਦੇ ਦੋਵੇਂ ਘੋੜੇ ਲਿਆਏ। ਬੜਾ ਸੁੰਦਰ ਇਤਿਹਾਸ ਹੈ। ਇੱਕ ਮਹੀਨਾ ਲੱਗਦਾ ਹੈ ਬਾਬਾ ਬਿਧੀ ਚੰਦ ਦੇ ਇਤਿਹਾਸ ਦੀ ਕਥਾ ਕਰਨੀ ਹੋਵੇ ਤਾਂ। ਸੋ ਰਹੋ ਵਿਚਾਰ, ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ ਤੇ ਆਪਣੇ ਹੰਕਾਰ ਨੂੰ ਛੱਡ ਦਿੰਦਾ ਹੈ ਤੇ ਮੁਕਤ ਹੋਏ ਛਿਨ ਮਾਹੀ, ਉਸ ਦੀ ਛਿਨ ਦੇ ਅੰਦਰ ਮੁਕਤੀ ਹੋ ਜਾਂਦੀ ਹੈ। ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਖ ਨੈ ਪੀ ਨਾਹੀ। ਨੌਵੇਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ ਦੇ ਭਜਨ ਤੋਂ ਬਿਨਾ, ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾ ਤੈਨੂੰ ਸੁਪਨੇ ਵਿੱਚ ਵੀ ਸੁਖ ਨਹੀਂ ਮਿਲ ਸਕਦਾ। ਤੂੰ ਚਾਹੁੰਦਾ ਹੈ ਕਿ ਤੈਨੂੰ ਸੁਖ ਪਦਾਰਥਾਂ ਚੋਂ ਮਿਲੇ, ਕਤਈ ਨਹੀਂ ਮਿਲੇਗਾ। ਤੂੰ ਚਾਹੁੰਦਾ ਹੈ ਮੈਨੂੰ ਸੁਖ ਕਿਸ ਕੋਈ ਬੰਦਾ ਦੇ ਸਕਦਾ, ਗੁਰਦੇਵ ਕਹਿੰਦੇ ਨਹੀਂ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਪ੍ਰਭੂ ਦੇ ਨਾਮ ਤੋਂ ਦੁਆਰਾ ਹੀ ਤੈਨੂੰ ਸਿਮਰਨ ਮਿਲੇਗਾ, ਪ੍ਰਭੂ ਦੇ ਨਾਮ ਤੋਂ ਦੁਆਰਾ ਹੀ ਮੁਕਤੀ ਮਿਲੇਗੀ, ਪ੍ਰਭੂ ਦੇ ਨਾਮ ਤੋਂ ਦੁਆਰਾ ਹੀ ਸੁਖ ਮਿਲੇਗਾ। ਸਾਰੰਗ ਮਹੱਲਾ ਨਾਮ। ਤੀਸਰਾ ਸ਼ਬਦ ਗੁਰਦੇਵ ਨੌਵੇਂ ਪਾਤਸ਼ਾਹ ਸਾਰੰਗ ਰਾਗ ਵਿੱਚ ਉਚਾਰਨ ਕਰਦੇ ਨੇ। ਕਹਾ ਨਰ ਆਪਣੋ ਜਨਮ ਗਵਾਵੇ। ਹੇ ਬੰਦਿਆ, ਤੂੰ ਆਪਣਾ ਜਨਮ ਕਿੱਥੇ ਵਿਸ਼ੇ ਵਿਕਾਰਾਂ ਦੇ ਅੰਦਰ ਭੋਗਦੇ ਕਿਉਂ ਬਤੀਤ ਕਰ ਰਿਹਾ ਹੈ? ਮਾਇਆ ਮਦ ਵਿਖਿਆ ਰਸ ਰਚਿਓ, ਰਾਮ ਸ਼ਰਨ ਨਹੀਂ ਆਵੇ। ਮਾਇਆ ਦੇ ਨਸ਼ੇ ਦੇ ਅੰਦਰ ਮਦ ਕਹਿੰਦੇ ਨੇ ਰਚਿਆ ਪਿਆ, ਬਾਹਰ ਹੀ ਨਹੀਂ ਆਉਂਦੀ ਤੇਰੀ ਬਿਰਤੀ ਧਨ ਚੋਂ। ਵਿਖਿਆ ਦੇ ਅੰਦਰ ਪਰਾਇਆ ਧਨ ਤੇ ਪਰਾਏ ਰੂਪ ਚੋਂ ਤੇਰੀ ਬਿਰਤੀ ਬਾਹਰ ਨਹੀਂ ਆਉਂਦੀ ਤੇ ਰਾਮ ਸ਼ਰਨ ਨਹੀਂ ਆਵੇ। ਵਾਹਿਗੁਰੂ ਦਾ ਨਾਮ ਤੂੰ ਰਸਨਾ ਤੋਂ ਲੈਣ ਦੇ ਹੀ ਨਹੀਂ ਆਉਂਦਾ। ਰਾਮ ਦਾ ਨਾਮ ਕਿਉਂ ਨਹੀਂ ਜਪਦਾ? ਵਿਸ਼ਰਾਮ ਦੇ ਕੇ ਗੁਰਦੇਵ ਸਮਾਲ ਕਰਦੇ ਨੇ। ਇਹੋ ਸੰਸਾਰ ਸਜਲ ਹੈ ਸੁਪਨੋ, ਦੇਖ ਕਹਾ ਲੋਭਾਵੇ। ਗੁਰਦੇਵ ਕਹਿੰਦੇ ਆ ਸੰਸਾਰ ਤੇ ਸੁਪਨਾ ਵੱਤ ਹੈ, ਕਿਉਂ ਇਸ ਦੇ ਅੰਦਰ ਲੋਭਾਇਮਾਨ ਹੋ ਜਾਂਦਾ ਹੈ? ਪਰਾਈ ਇਸਤਰੀ ਦੇਖ ਕੇ ਸੋਚਦਾ ਹੈ ਕਿ ਮੈਂ ਇਸ ਦੇ ਨਾਲ ਰਮਣ ਕਰ ਲਵਾਂ। ਗੁਰਦੇਵ ਕਹਿੰਦੇ ਕਿਉਂ ਲੋਭਾਇਮਾਨ ਹੁੰਦਾ? ਪਰਾਏ ਰੂਪ ਤੇ ਪਰਾਇਆ ਧਨ ਦੇਖਦੇ ਹੀ ਤੇਰਾ ਮਨ ਵਿਚਲਿਤ ਹੋ ਜਾਂਦਾ ਹੈ, ਇੰਨੀ ਸਤਸੰਗਤ ਕਰੀ ਨਸ਼ਟ ਕਰ ਬੈਠਦਾ ਹੈ। ਪਰਾਏ ਧਨ ਪਰਾਏ ਰੂਪ ਦੇ ਉੱਤੇ ਕਿਉਂ ਲੋਭਾਇਮਾਨ ਹੁੰਦਾ? ਗੁਰਦੇਵ ਕਹਿੰਦੇ ਕਿਉਂ ਨਹੀਂ ਨਾਮ ਜਪਦਾ? ਜੋ ਬੁਝੈ ਸੋ ਸਗਲ ਵਿਨਾਸ਼ੈ, ਰਹਿ ਨਾ ਕੋ ਪਾਵੈ। ਸੁਪਨੇ ਦੀ ਨਿਆਈ ਹੈ ਸਾਰਾ ਹੀ ਜਗਤ, ਨਾਸ ਦੇ ਅੰਦਰ ਲੋਭਾਇਮਾਨ ਹੋ। ਜਿਹੜੀ ਚੀਜ਼ ਵੀ ਉਪਜ ਰਹੀ ਹੈ ਮਹਾਰਾਜ ਕਹਿੰਦੇ ਉਹ ਬਿਨਸੇਗੀ ਹੀ ਬਿਨਸੇਗੀ, ਤੇ ਜਿਹੜੀ ਚੀਜ਼ ਉਪਜ ਕੇ ਪਤਾ ਹੀ ਲੱਗ ਜਾਣਾ ਖਤਮ ਹੋ ਜਾਣੀ ਹੈ, ਤੂੰ ਕਿਉਂ ਉਸ ਦੇ ਨਾਲ ਹੇਤ ਕਰਦਾ ਹੈ? ਇੱਕ ਜਿਹੜਾ ਭੋਰਾ ਹੁੰਦਾ ਹੈ ਨਾ, ਇੱਕ ਬੱਚੇ ਛੋਟੇ ਜਦੋਂ ਡਰਾਇੰਗ ਬਣਾਉਂਦੇ ਨੇ, ਉਹ ਡਰਾਇੰਗ ਜਿਹੜੀ ਹੈ ਉਸ ਦੇ ਉੱਤੇ ਫੁੱਲ ਬਣਾ ਦੋ ਚਿੱਤਰ, ਤੇ ਉਹ ਚਿੱਤਰ ਨੂੰ ਬਾਹਰ ਬੜੇ ਸਾਰੇ ਫੁੱਲ ਖੰਡੇਰ ਦੋ ਕਿ ਭੋਰਾ ਉਸ ਤੇ ਬਹਿ ਜਾਵੇਗਾ। ਜੇ ਭੋਰਾ ਵੀ ਕਾਗਜ਼ ਤੇ ਫੁੱਲ ਤੇ ਨਹੀਂ ਬਹਿੰਦਾ ਤੇ ਹੇ ਬੰਦਿਆ ਤੂੰ ਦੇਖ ਤੇਰਾ ਕੀ ਹਾਲ ਹੈ। ਤੂੰ ਆਪਣੀ ਮੋਬਾਈਲ ਦੇ ਅੰਦਰ ਫੋਟੋ ਦੇਖ ਕੇ, ਕੋਈ ਚਿੱਤਰ ਦੇਖ ਕੇ ਤੂੰ ਆਪਣੇ ਮਨ ਨੂੰ ਕਾਮ ਦੇ ਅਧੀਨ ਕਰ ਲੈਂਦਾ। ਤੇਰੇ ਤੋਂ ਚੰਗਾ ਤੇ ਭੋਰਾ ਹੈ। ਗੁਰਦੇਵ ਮਹਾਰਾਜ ਕਹਿੰਦੇ ਤੈਨੂੰ ਫੋਟੋ ਦੇਖ ਕੇ ਕਾਮ ਆ ਜਾਂਦਾ ਹੈ, ਪਰ ਤੇਰੇ ਨਾਲੋਂ ਚੰਗਾ ਤੇ ਉਹ ਭੋਰਾ ਹੈ। ਸੋ ਗੁਰਦੇਵ ਮਹਾਰਾਜ ਦੀ ਜੋ ਬਾਣੀ ਹੈ ਬਾਰ-ਬਾਰ ਤੈਨੂੰ ਇੱਕੋ ਝੰਜੂੜਾ ਦੇ ਰਹੀ ਹੈ ਕਿ ਇਹ ਸੰਸਾਰ ਸਾਰਾ ਹੀ ਸੁਪਨੇ ਵੱਤ ਹੈ, ਉਹਦੇ ਅੰਦਰ ਲੋਭਾਇਮਾਨ ਨਾ ਹੋ। ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕਿਆ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜੋ ਚੀਜ਼ ਉਪਜ ਰਹੀ ਹੈ ਉਹ ਬਿਨਸ ਹੋਏਗੀ। ਤੂੰ ਸਾਰੇ ਜੰਜਾਲਾਂ ਨੂੰ ਛੱਡ ਕੇ ਰਾਮ ਦਾ ਨਾਮ ਕਿਉਂ ਨਹੀਂ ਜਪਦਾ? ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਵਿਦ ਆਪ ਵਧਾਵੇ। ਜਿਹੜੀ ਵੀ ਮਿਥਿਆ ਹੈ ਨਾ ਸੰਸਾਰ ਦੇ ਅੰਦਰ, ਮਹਾਰਾਜ ਕਹਿੰਦੇ ਤੂੰ ਦੇ ਅੰਦਰ ਆਪ ਖੁਦ ਰਚਿਤ ਹੁੰਦਾ। ਤੈਨੂੰ ਅੰਮ੍ਰਿਤ ਵੇਲੇ ਸਵੇਰੇ 4:45 ਵਜੇ ਤੋਂ ਲੈ ਕੇ 5:45 ਵਜੇ ਤੱਕ ਕੋਈ ਵੀ ਸੰਸਾਰ ਦਾ ਬੰਦਾ ਨਹੀਂ ਫੋਨ ਕਰਕੇ ਤੈਨੂੰ ਉਠਾ ਦੇਵੇ, ਪਰ ਤੂੰ ਉਸ ਵੇਲੇ ਆਪਣੇ ਮਨ ਨੂੰ ਜ਼ਰੂਰ ਉਠਾਉਣਾ। ਪਰ ਤੂੰ ਮਨ ਨੂੰ ਨਹੀਂ ਉਠਾਉਂਦਾ, ਨਾਮ ਨਹੀਂ ਜਪਦਾ। ਤੂੰ ਆਪਣੀ ਮਿਥਿਆ ਸੰਸਾਰ ਦੇ ਅੰਦਰ
ਮਿਥਿਆ ਸੰਸਾਰ ਦੇ ਅੰਦਰ ਆਪ ਨੂੰ ਬੰਨ ਕੇ ਰੱਖਣਾ। ਮਿਥਿਆ ਤਨ ਸਾਚੋ ਕਰ ਮਾਨੋ, ਸੱਚਾ ਕਰਕੇ ਮੰਨਣਾ। ਇਹ ਬਿਨ ਆਪ ਬੰਧਾਵੈ ਖੁਦ ਫਸਦਾ। ਤੂੰ ਸੰਸਾਰ ਦੇ ਜੰਜਾਲਾਂ ਦੇ ਅੰਦਰ ਖੁਦ ਫਸਦਾ, ਤੈਨੂੰ ਕੋਈ ਨਹੀਂ ਫਸਾਉਂਦਾ। ਜਨ ਨਾਨਕ ਸੋ ਜਨ ਮੁਕਤਾ, ਰਾਮ ਭਜਨ ਚਿਤ ਲਾਵੈ। ਵਾਹ, ਨੌਵੇਂ ਪਾਤਸ਼ਾਹ ਮਹਾਰਾਜ ਤੱਤ ਦੇ ਰਹੇ ਨੇ। ਮਹਾਰਾਜ ਕਹਿੰਦੇ ਜਨ ਨਾਨਕ ਸੋ ਜਨ मुक्ता, वही व्यक्ति इस धरती पे मुक्त है, सचखंड की प्राप्ति करेगा, वैकुंठ धाम में जाएगा। कौन? राम भजन चित लावे, जेड़ा राम का भजन चित न ला के करता है। आज खालसा जी वाहिगुरू वाहिगुरू तो बड़े बंदे कर रहे हैं, पर फिर भी धर्म थल्ले नूं क्यों जा रहे? इन्नी कथा कीर्तन हो रही है, फिर भी धर्म थल्ले नूं क्यों जा रहा? क्यों? क्योंकि रसना नाल तां है, पखंड तां बहुत है, पर घर दे अंदर बैठ के किसी नूं पुछो अमृत वेले गुरुदेव नूं याद कीता क्या? नहीं बाबा जी सुते पए। अमृत वेले का नाम जपिया नहीं, जो गुरु कहता तैनूं गुर सतगुर का जो सिख अखाए, सो भलके उठा नाम ध्यावै, उदम करे भलके परमाती, इशनान करे अमृतसर नहावै। तेरी गल दा असर क्यों नहीं पै रहा? क्योंकि महाराज कहते आप जपै अवरा नाम जपाओ। पहले आप का नाम जप, फिर लोगों नूं जपाई। पर आज पखंडवाद बहुत है, कीर्तन दरबार बहुत ने, पर धर्म किसी के अंदर प्रवृत्ति क्यों नहीं हो रही? क्योंकि अमल नहीं। गुरुदेव महाराज कहते कि जेड़ा तेरा जन नानक सो जन मुक्ता, राम भजन चित लावै। जे तू मुक्ति की इच्छा रखदा, वाहिगुरू का मंत्र एक चित एकाग्र होके जपिया कर। सारंग महला नावा, अखीरला शब्द सारंग राग का नौवें पातशाह फरमान करते ने। मन कर कबू ना गुण गायो। गुरुदेव महाराज कहते तू अपने मन करके वाहिगुरू का भजन नहीं करता, बाहरों के पखंड बहुत करता है, पर मन करके वाहिगुरू की उस्तत नहीं करता। विख्या सकत रहियो निसबास, इनो अपनो भायो। विख्या पदार्थां दे नाल, विख्या पराई इस्त्री दे नाल दिन रात तू अपना ने वधा रहा है, उन्होंने अपना समझदा है। विश्राम दे के गुरुदेव फरमान करते ने, गुरु उपदेश सुनियो नहीं कानन, परदा रात पटायो। गुरु दा उपदेश नहीं सुनदा, पराई इस्त्री दे नाल हेत करता है। पर निंदा कारण बहुत आवत, समझो न समझायो। गुरु दी गल सुनदा नहीं ते पराई निंदा करदा। निंदा करे सो हमरा मीत, निंदक माहे हमारा जीत। गुरुदेव महाराज कहते जब तू किसी की निंदा करता है ना, ते वो जिहड़ा निंदक है उहदे ते सारे पाप माफ हो रहे हैं, पर तेरे जो संचित मान कर्म होर वध रहे। तू निंदा ना करया कर। अजय सो रोवे भिख्या खाए। एक अजय राजा सीगे, उन्होंने लंघदे हुए किसी जंगल चों लंघ रहे सी, ते साधु बैठा सी कोल, मजाक विच चक के लिद उन्हां दी झोली च पा दित्ती। प्रसंग आया, गुरुदेव का वचन आया, पर निंदा कारण बहुत आवत। पराई निंदा दे करके कई बारी बहुत ज्यादा भजना पै जाता है। हुण वो अजय राजा जिहड़ा सीगा, वो भगवान राम दे वड्डे सीगे, उन्हां दी कुल चों रामचंद्र जी दे वड्डे। अजय राजा दशरथ के पिता जी भी कई ने महापुरुषों ने कथा दसिया। गुरु ग्रंथ साहिब की पंक्ति है, अजय सरोवै भिख्या खाए, ऐसी दरगाह मिला सजाए। वो अजय राजे ने चक के लिद जिहड़ी सी ना, वो एक साधु की झोली च पा दी। साधु सहज सुभाए, ना पाप ना पुण्य। उन्होंने कहा, राजन जो तुसी दिता है वो फले ते वधे। राजन ते चले गए सी। साधु ने शाम को उठ के लिद देख के झोली दे अंदर क्या जो तुसी दिता वधे ते फुले। पूरे नगर दे अंदर ना लिद वधन लग, पूरे नगर दे अंदर जिथे ही देखण लिद ही लिद, लिद ही लिद, लिद ही लिद। घोड़ियां दी लिद दी मुश्क आवे पूरे नगर दे अंदर, बड़ी समस्या बन गई। सियाणे वजीर इकट्ठे होके अजय राजे दे कोल आए। गुरु ग्रंथ साहिब दा शब्द है, कोई अथकथनी नहीं। अजय राजे दे कोल इकट्ठे होके आए, महाराज बड़ी समस्या बनी है, पूरे नगर दे अंदर तुसी तां महलां च बैठे हो, दरबार चले जाते हो, पूरे शहर च लिद हो गई है। महाराज अजय कहते कि नजूमीए नूं बुलाओ। नजूमीए ने टेवा देख के दसिया, राजन
आपने कभी किसी को लिद दान में दी थी? वो कहते हाँ असी दिती थी। कहते वो महापुरुषों ने वचन कर दिता, वो महापुरुषों ने वचन कर दिता है जो दान दिता वधे ते फुले, हुण वध रहा है। तो वो कहता भी हुण घटेगा किस तरह? इस तरह तो सब की मौत हो जाएगी, बच्चे भी ने, बुढ़े भी ने, स्त्रियां भी ने, राज के अंदर बड़ा इम्बैलेंस हो जाएगा। सारा मेरा तो अजय का जो राज का सारा नष्ट हो जाएगा। उन्होंने कहा कि वो महापुरुष ही जुक्ति दस सकते हैं। वो महापुरुषों के कोल पहुंचे ते जदों महापुरुषों के कोल पहुंचे ते जाके मत्था टेकिया। सुभाव महापुरुषों का निर्मल, क्या राजन आओ, क्या महापुरुषों एक बड़ी समस्या बनी है, तुसी हल कर सकते हो? महापुरुषों ने क्या दसो? क्या महापुरुषों लिद बड़ी बढ़ गई है नगर के अंदर, कृपा करो इसको संकोच दो। ऐ मेरी तुहाडे चरणों च बेनती है। जदों अजय राजा ने कहा, वो कहते असीं सारी लिद नगर की खत्म कर देवांगे, पर जिन्नी तू दान दित्ती सी वो तैनूं खानी पवेगी। आखो करो सतनाम। राजा बड़ा परेशान, कोई नगर का राजा होवे तो वो लिद खानी पवे, कितनी नमोशी वाली गल है। महापुरुषों ने वचन किया, सारे लिद की नगर जिहड़ी लिद सी संकोच दित्ती, उन्नी जी जिन्नी बाटे के अंदर आ जाए तो रह गए। पहले दिन तो राजा घर लै गया ते देखिया लिद वाल खाई ना, ते महापुरुषों को अगले दिन फिर आए, क्या महापुरुषों लिद खानी बड़ी औखी है। वो कहते जे लिद खत्म करनी है ना तो एको एक तरीका है, कोई तेरी जे निंदा कर दे तो लिद के मूँह च आपे ही चली जाएगी। आखना करो सतनाम। अज खालसा जी जदों असीं किसी की निंदा करते हैं ना तो असीं वो लिद ही खा रहे हैं। तो वो राजे ने फिर अपनी निंदा कराई सी, पराई स्त्री का हथ पकड़ के ते मदरा की बोतल हाथ च फड़ के नगर के अंदरों निकलिया सी। ते लोकी कहते एडा धर्मी राजा ते पराई स्त्री गामी हो गया। ते महापुरुषों ने कहा निंदा हुई तो लिद उधरों ही गायब हो गई। सो गुरुदेव वही वचन कह रहे, पर निंदा कारण बहुत धावत। कई बार पराई निंदा के करके बहुत ज्यादा भजना भी पै जाता है। इस करके निंदा कदे नहीं करनी चाहिए। गुरु अमरदास जी का तो इत्थे तक वचन है गुरु ग्रंथ साहिब के अंदर, निंदा भली किसी की ना ही मन मुग्ध करन। कहते निंदा तो किसी की भी भली नहीं है, मन मुग्ध लोग करते हैं। 10वें पातशाह ने जफरनामा लिखिया औरंगजेब नूं श्री 10वें ग्रंथ के अंदर। महाराज ने औरंगजेब नूं लानतां जरूर पाईयां पर उसकी निंदा नहीं की कि दैन अखबर आए करो बेखबर। हे औरंगजेब इन्ना मुतसमी बादशाह, असी 40 बंदियां दे उत्ते भुखे प्यासियां दे उत्ते 10 लाख की फौज भी बिना दसे भेज दी ते शर्म आती है तेनू दिल्ली का बादशाह कहते हुए। असी तेनू औरंगजेब नहीं नौरंगजेब कहांगे। आखना करो सतनाम। सो निंदा ते गुरुदेव महाराज ने अपने जीवन च कीती ते अपने सिखां नूं भी वरतिया। निंदा भाई किसी दी ना करया करो, समझो न समझायो। गुरुदेव कहते असी गल समझाउने हां पर सिंह जिहड़े ने समझदे नहीं। कहां कहो मैं अपनी करनी जे बिद जन्म गवायो। गुरुदेव महाराज नौवें गुरुदेव कहते कि अपनी करनी मैं कितने तक दसा, जे बिद जन्म गवायो। मैं अपना जन्म व्यर्थ ही बतीत कर रहा। बचपन निकल गया अज्ञानता के अंदर, जवानी निकल गई विषय विकारां के अंदर, बुढ़ेपा दुख तकलीफ के अंदर भजन नहीं हो रहा। जिन्ना समा संगत च बैठे हो वाहिगुरु 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 का जाप जपया करो। कहन कह नानक सब औगन मोह मह राख हो शरणायो। नौवें गुरुदेव महाराज कहते साडे च सारे ही औगण। हे पातशाह हे वाहिगुरु अकाल पुरख जी, कहो नानक सब अवगुण मोह में, कहो नानक सब अवगुण मोह में। नानक सब अवगुण मोह में, कह नानक सब अवगुण मोह में। राख ले हो शरणायो, राख ले हो शरणायो। 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 खालसा जी गुरु के कोल आण दी जुगती आई है। अपना जो मन है ना वो भेटा कर दो। जदों अमीर दीन गुरुदेव को आया सी ना मुसलमान फकीर 10वें पातशाह को,
ਕਿਹਾ ਮਹਾਰਾਜ ਜਦੋਂ ਤੁਹਾਡੇ ਕੋਲ ਆ ਕੇ ਕਰਮ ਨਾਸ਼ ਹੀ ਨਹੀਂ ਹੋਣੇ ਤਾਂ ਫਾਇਦਾ ਕੀ ਹੋਇਆ ਤੁਹਾਡੇ ਕੋਲ ਆਉਣ ਦਾ। ਦਸਵੇਂ ਪਾਤਸ਼ਾਹ ਨੇ ਕਿਹਾ ਭਾਈ ਨੰਦ ਲਾਲ ਜੀ ਮੋਹਰ ਲਿਆਓ ਤੋਸ਼ੇਖਾਨੇ ਚੋਂ। ਤੇ ਮਹਾਰਾਜ ਨੇ ਪੱਤੇ ਦੇ ਉੱਤੇ ਕਿਹਾ ਅਮੀਰ ਦੀਨ ਆ ਕੀ ਹੈ? ਕਿਹਾ ਮਹਾਰਾਜ ਅੱਖਰ ਪੜ੍ਹੇ ਨਹੀਂ ਜਾਂਦੇ। ਅਮੀਰ ਦੀਨ ਨੂੰ ਮਹਾਰਾਜ ਨੇ ਸ਼ਾਹੀ ਦੇ ਅੰਦਰ ਡਬੋ ਕੇ ਪੱਤੇ ਤੇ ਮੋਹਰ ਲਾ ਕੇ ਮਹਾਰਾਜ ਨੇ ਕਿਹਾ ਹੁਣ ਕੀ ਹੈ? ਕਿਹਾ ਮਹਾਰਾਜ ਤੁਹਾਡੇ ਦਸਤਖਤ ਨੇ ਲਿਖਿਆ ਸ਼੍ਰੀ ਗੁਰੂ ਗੋਬਿੰਦ ਸਿੰਘ। ਮਹਾਰਾਜ ਕਹਿੰਦਾ ਮਹਾਰਾਜ ਪਹਿਲੇ ਅੱਖਰ ਪੜ੍ਹੇ ਨਹੀਂ ਜਾ ਰਹੇ ਸੀ। ਮਹਾਰਾਜ ਕਹਿੰਦੇ ਤੇਰੇ ਕਰਮ ਵੀ ਇਸ ਤਰ੍ਹਾਂ ਦੇ ਹੀ ਜੇ ਕਰਮ ਜਦੋਂ ਗੁਰੂ ਘਰ ਆ ਕੇ ਇੱਥੇ ਮੱਥਾ ਟੇਕਦੇ ਆ ਨਾ ਉਹ ਕਰਮ ਪੁੱਠੇ ਤੋਂ ਸਿੱਧੇ ਹੋ ਜਾਂਦੇ ਨੇ। ਆਖਣਾ ਕਰੋ ਸਤਿਨਾਮ। ਤੇ ਉਹੀ ਗੱਲ ਹੈ ਮਹਾਰਾਜ ਕਹਿੰਦੇ ਗੁਰੂ ਘਰ ਦੇ ਅੰਦਰ ਆਉਣ ਦਾ ਹੀ ਫਾਇਦਾ ਹੈ ਵੀ ਜੋ ਕੋਈ ਗੁਰੂ ਘਰ ਆਉਂਦਾ ਉਹਦੇ ਮੱਥੇ ਦੇ ਕਰਮ ਜੋ ਪੁੱਠੇ ਨੇ ਉਹ ਸਿੱਧੇ ਹੋ ਜਾਂਦੇ। ਤੇ ਬਸ ਉਹਦੀ ਕੋਈ ਕੰਡੀਸ਼ਨ ਹੈ ਰਾਖ ਲਿਓ ਸਰਣਾਇਓ, ਰਾਖ ਲਿਓ ਸਰਣਾਇਓ, ਰਾਖ ਲਿਓ ਸਰਣਾਇਓ, ਰਾਖ ਲਿਓ ਸਰਣਾਇਓ। ਸੋ ਗੁਰਦੇਵ ਨੌਵੇਂ ਪਾਤਸ਼ਾਹ ਅਸੀਂ ਵੀ ਤੁਹਾਡੀ ਸ਼ਰਨ ਚ ਆਏ ਆ ਮਹਾਰਾਜ। हम अवगुण भरे एक गुण नाही, अमृत छाड़ दिखै बिखाई, माया मोह भरम पै भूले सुतदारा सो प्रीत लगाई। महाराज असी अपनी धीआं पुत्रां दे अंदर पराई इस्त्रियां दे अंदर पराए धन दे अंदर प्रीत लाई है। एक उत्तम पंथ सुनियो गुर संगत, यह गल सुनी है भी तुहाडी संगत दे अंदर एक उत्तम खालसा पंथ है। तेह मिलंत जम तरास मिटाई, उत्थे जदों असी शरण च पै जन्ने आ तां जमां दी तरास खत्म हो जाती है। महाराज असी भी अपनी सियाणप छड्ड के असी तुहाडी शरण पए आ, साडा भला विचारो, सानू भी नाम दी दात बख्शिश करो, अमृत वेला बख्शिश करो, अपना नितनेम दो, साधु संतां दी संगत दो। महाराज पराई निंदिया पराया धन ते पराई इस्त्री तो सानू भी दूर रखो। सुवन्ने को बचन प्रवान करने। वाहिगुरू जी का खालसा